आसमान खोल पागलों के आगे शोले भेजे आसमान खोल भेजे आसमान खोल मेरा इनाम मेरा इनाम मांगो मेरा इनाम मांगो भेजे आसमान खोल पागलों के आगे शोले भेजे आसमान खोल पागलों के आगे शोले भेजे आसमान खोल पागलों के आगे शोले भेजे आसमान खोल भेजे आसमान खोल जिसमें मसीहा का रूह लगे यीशु के दुल्हन में शामिल रहे जिसमें मसीहा का रूह लगे दुल्हन में शामिल रहे जिसमें मसीहा का रूह लगे यीशु की दुल्हन में शामिल रहे जिसमें मसीहा का रूह लगे की दुल्हन में शामिल रहे उसमें तो अपना जोर भर 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 भेजे आसमान खोल पागलों के आगे शोले 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 भेजे आसमान खोल
उत्पत्ति की किताब 14 अध्याय और उसकी 10 आयतों पढ़ना शुरू करांगे। लेट अस टर्न आवर अटेंशन टू द बुक ऑफ जेनेसिस चैप्टर 14 फ्रॉम वर्स 10 फॉलोइंग। उत्पत्ति की किताब 14 बाब 10 आयतों पढ़ना शुरू करिए। ਸਦੀਮ ਦੀ ਦੂਨ ਵਿੱਚ ਚਿੱਕੜ ਦੇ ਟੋਏ ਹੀ ਟੋਏ ਸਨ ਅਤੇ ਸਦੂਮ ਔਰ ਅਮੂਰਾ ਦੇ ਰਾਜੇ ਭੱਜੇ ਅਤੇ ਉੱਥੇ ਹੀ ਡਿੱਗ ਪਏ ਅਤੇ ਜਿਹੜੇ ਬਚ ਰਹੇ ਸੋ ਪਹਾੜ ਨੂੰ ਭੱਜੇ। ਤਾਂ ਸਦੂਮ ਔਰ ਅਮੂਰਾ ਦਾ ਸਾਰਾ ਮਾਲ ਧਨ ਔਰ ਉਹਨਾਂ ਦਾ ਸਾਰਾ ਅੰਨਦਾਨਾ ਲੁੱਟ ਕੇ ਤੁਰ ਗਏ। ਉਹ ਲੂਤ ਅਬਰਾਹਮ ਦੇ ਭਤੀਜੇ ਨੂੰ ਜੋ ਸਦੂਮ ਵਿੱਚ ਵਸਦਾ ਸੀ ਔਰ ਉਸਦੇ ਮਾਲ ਧਨ ਨੂੰ ਵੀ ਲੁੱਟ ਕੇ ਤੁਰਦੇ ਹੋਏ। ਫਿਰ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖਬਰ ਦਿੱਤੀ ਅਤੇ ਉਹ ਅਸ਼ਕੋਲ ਦੇ ਭਰਾ ਔਰ ਅਨੇਰ ਦੇ ਭਰਾ ਮਮਰੇ ਅਮੋਰੀ ਦੇ ਬਲੂਤਾਂ ਦੇ ਕੋਲ ਰਹਿੰਦਾ ਸੀ ਅਤੇ ਉਹਨਾਂ ਦਾ ਅਬਰਾਮ ਨਾਲ ਨੇਮ ਸੀ। ਜਦ ਅਬਰਾਮ ਨੇ ਸੁਣਿਆ ਕਿ ਉਹਦਾ ਭਰਾ ਫੜਿਆ ਗਿਆ ਤਦ ਉਸਨੇ ਆਪਣੇ 318 ਸਿਖਾਏ ਹੋਏ ਘਰ ਜਮਾਂ ਨੂੰ ਲੈ ਕੇ ਦਾਨ ਤੀਕ ਉਹਨਾਂ ਦਾ ਪਿੱਛਾ ਕੀਤਾ ਅਤੇ ਉਸਨੇ ਔਰ ਉਸਦੇ ਟਹਿਲੂਆਂ ਨੇ ਜਥੇ ਬਣਾ ਕੇ ਰਾਤ ਨੂੰ ਉਹਨਾਂ ਨੂੰ ਮਾਰਿਆ ਅਤੇ ਹੋਵਾ ਤੀਕ ਜਿਹੜਾ ਦਮਿਸ਼ਕ ਦੇ ਖੱਬੇ ਪਾਸੇ ਹੈ ਉਹਨਾਂ ਦਾ ਪਿੱਛਾ ਕੀਤਾ ਅਤੇ ਉਹ ਸਾਰੇ ਮਾਲ ਧਨ ਨੂੰ ਮੋੜ ਲੈ ਆਇਆ ਅਤੇ ਆਪਣੇ ਭਰਾ ਲੂਤ ਨੂੰ ਵੀ ਔਰ ਉਹਦਾ ਮਾਲ ਧਨ ਔਰ ਤੀਵੀਆਂ ਔਰ ਲੋਕਾਂ ਨੂੰ ਵੀ ਮੋੜ ਲੈ ਆਇਆ। ਹਾਲੇਲੂਇਆ ਹਾਲੇਲੂਇਆ। ਅੱਜ ਅਸੀਂ ਦੇਖਾਂਗੇ ਉਤਪत्ति ਦੀ ਕਿਤਾਬ 14 ਅਧਿਆਇ ਤੋਂ ਅਬਰਾਹਮ ਨੇ 3 ਜਿੱਤਾਂ ਨੂੰ ਹਾਸਲ ਕੀਤੀਆਂ। The 3 victories of Abraham। ਅਸੀਂ ਅਬਰਾਹਮ ਦੀਆਂ 3 ਜਿੱਤ ਦੇ ਬਾਰੇ ਅਸੀਂ ਅੱਜ ਸੁਣਾਂਗੇ। ਨੰਬਰ 1 ਅਬਰਾਹਮ ਨੇ ਆਪਣੇ ਰਿਸ਼ਤੇਦਾਰ ਦੇ ਉੱਤੇ ਜਿੱਤ ਨੂੰ ਹਾਸਲ ਕੀਤਾ। ਨੰਬਰ 2 ਅਬਰਾਹਮ ਨੇ ਰਾਜਿਆਂ ਦੇ ਉੱਤੇ ਬਾਹਰ ਦੇ ਲੋਕਾਂ ਦੇ ਉੱਤੇ ਜਿੱਤ ਨੂੰ ਹਾਸਲ ਕੀਤਾ। ਨੰਬਰ 3 ਅਬਰਾਹਮ ਨੇ ਆਪਣੇ ਉੱਤੇ ਵੀ ਜਿੱਤ ਨੂੰ ਹਾਸਲ ਕੀਤਾ। ਕਿਸ ਵਿਸ਼ਿਆਂ ਦੇ ਬਾਰੇ ਹੈ ਅਸੀਂ ਥੋੜਾ ਕਰਕੇ ਇਹਨਾਂ ਵਚਨ ਨੂੰ ਸੁਣਾਂਗੇ। ਹੋ ਸਕਦਾ ਹੈ ਕਿ ਸ਼ਾਇਦ ਤੁਸੀਂ ਵੀ ਜਿਹੜੇ ਇਸ ਜਗ੍ਹਾ ਦੇ ਵਿੱਚ ਬੈਠੇ ਹੋ, ਭਾਈਆਂ ਦੇ ਵਿੱਚੋਂ ਭੈਣਾਂ ਦੇ ਵਿੱਚੋਂ ਅਬਰਾਹਮ ਦੇ ਵਰਗੇ ਹੀ ਹੋਣ ਜਿਨ੍ਹਾਂ ਨੂੰ ਆਪਣੇ ਜੀਆਂ ਦੇ ਉੱਤੇ ਜਿੱਤ ਨੂੰ ਪ੍ਰਾਪਤ ਕਰਨ ਦੀ ਲੋੜ ਹੈ ਜਾਂ ਬਾਹਰ ਦੇ ਲੋਕਾਂ ਦੇ ਉੱਤੇ ਜਿੱਤ ਨੂੰ ਹਾਸਲ ਕਰਨ ਦੀ ਲੋੜ ਹੈ। ਜਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਉੱਤੇ ਜਿੱਤ ਨੂੰ ਹਾਸਲ ਕਰ ਸਕੇ ਹੋ, ਬਾਹਰ ਦੇ ਲੋਕਾਂ ਦੇ ਉੱਤੇ ਜਿੱਤ ਹਾਸਲ ਕਰ ਸਕੇ ਹੋ ਲੇਕਿਨ ਆਪਣੇ ਉੱਤੇ ਜਿੱਤ ਹਾਸਲ ਨਹੀਂ ਕੀਤੀ। ਲੇਕਿਨ ਪਰਮੇਸ਼ਰ ਦਾ ਕਲਾਮ ਅੱਜ ਤੁਹਾਨੂੰ ਛੂਨੇ ਪਾਏ। ਹਾਲੇਲੂਇਆ ਹਾਲੇਲੂਇਆ। ਵਚਨ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਦਾ ਕੋਈ ਵੀ ਵਚਨ ਪ੍ਰਭਾਵ ਰਹਿਤ ਨਹੀਂ ਹੈ। ਪਰਮੇਸ਼ਰ ਦਾ ਕੋਈ ਵੀ ਵਚਨ ਜੋ ਸੁਣਾਇਆ ਜਾਂਦਾ ਹੈ ਅਸਰਦਾਰ ਹੈ। ਪਰਮੇਸ਼ਰ ਦਾ ਵਚਨ ਅਸਰ ਕਰਦਾ ਹੈ ਜੇ ਅਸੀਂ ਆਪਣੇ ਦਿਲਾਂ ਨੂੰ ਖੁਦਾ ਦੇ ਵਚਨ ਨੂੰ ਸੁਣਨ ਦੇ ਲਈ ਖੋਲਾਂਗੇ। ਪਹਿਲਾ ਸੀ ਅਬਰਾਹਮ ਨੇ ਆਪਣੇ ਰਿਸ਼ਤੇਦਾਰ ਲੂਤ ਦੇ ਉੱਤੇ ਜਿੱਤ ਨੂੰ ਹਾਸਲ ਕੀਤਾ। ਅਬਰਾਮ ਵਨ ਓਵਰ ਲੋਟ। ਇਹ ਕਿਸ ਤਰ੍ਹਾਂ ਦੀ ਕਹਾਣੀ ਹੈ? ਤੁਸੀਂ ਸਭ ਜਾਣਦੇ ਹੋ ਅਬਰਾਹਮ ਦਾ ਭਤੀਜਾ ਸੀ ਲੂਤ ਔਰ ਲੂਤ ਸਮੇਂ ਆਉਣ ਦੇ ਵਿੱਚ ਅਬਰਾਹਮ ਤੋਂ ਵਿਛੜ ਗਿਆ ਸੀ। ਵਿਛੜਨਾ ਇਸ ਕਰਕੇ ਹੋਇਆ ਉਹਦਾ ਆਪਣਾ ਫੈਸਲਾ ਸੀ। ਲੂਤ ਨੇ ਖੁਦ ਇਹ ਫੈਸਲਾ ਕੀਤਾ ਸੀ ਕਿ ਮੈਂ ਸਦੋਮ ਦੇ ਨੇੜੇ ਜਾ ਕੇ ਆਪਣਾ ਡੇਰੇ ਨੂੰ ਲਗਾਵਾਂ ਔਰ ਉਤਪत्ति 13 ਅਧਿਆਇ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਹੋਇਆ ਹੈ ਸਦੋਮ ਦੇ ਲੋਕ ਅਤ ਬੁਰੀਆਰ ਔਰ ਦੁਸ਼ਟ ਔਰ ਪਾਪੀ ਜਨ ਸਨ। ਲੇਕਿਨ ਲੂਤ ਨੇ ਇਹ ਫੈਸਲਾ ਕੀਤਾ ਕਿ ਮੈਂ ਉਸ ਦੇਸ਼ ਦੇ ਵਿੱਚ ਜਾਵਾਂ। ਵਚਨ ਦੇ ਅਨੁਸਾਰ ਉਤਪत्ति 14 ਅਧਿਆਇ ਤੇ ਜਦੋਂ ਅਸੀਂ ਸਟਾਰਟਿੰਗ ਤੋਂ ਪੜ੍ਹਦੇ ਹਾਂ ਉਸ ਦੇਸ਼ ਦੇ ਰਾਜੇ ਸਨ ਔਰ 5 ਰਾਜੇ ਜਿਹੜੇ ਸਨ ਅਲੱਗ-ਅਲੱਗ ਮੁਲਕਾਂ ਦੇ ਉਹ ਇੱਕ ਕੇਦੋਰ ਲਮਾਰ ਦੇ ਅਧੀਨ ਰਹਿ ਰਹੇ ਸਨ। ਲੇਕਿਨ ਇੱਕ ਸਮਾਂ ਆਇਆ 13 ਸਾਲ ਬਾਅਦ 14ਵੇਂ ਵਰਸ਼ ਦੇ ਵਿੱਚ ਉਹਨਾਂ ਨੇ ਬਗਾਵਤ ਕੀਤਾ। ਲੇਕਿਨ ਇਹ ਸਾਰੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਲੁੱਟ ਹੋ ਗਈ, ਭਜਣਾ ਪਿਆ, ਵੱਢ ਕੱਟ ਹੋ ਗਿਆ। ਲੇਕਿਨ ਉਸ ਜਗ੍ਹਾ ਦੇ ਵਿੱਚ ਉਸ ਦਾ ਨਤੀਜਾ ਇਹ ਵੀ ਸੀ ਸਦੋਮ ਦੇ ਵਿੱਚ ਵੀ ਲੁੱਟ ਹੋ ਰਹੀ ਹੈ, ਭੱਜ ਦੌੜ ਹੋ ਰਹੀ ਹੈ। ਲੂਤ ਵੀ ਸਦੋਮ ਦੇ ਵਿੱਚ ਹੀ ਰਹਿ ਰਿਹਾ ਸੀ ਔਰ ਅਸੀਂ ਪਰਮੇਸ਼ਰ ਦੇ ਕਲਾਮ ਤੋਂ ਪੜ੍ਹਿਆ ਲੂਤ ਔਰ ਭਤੀਜਾ ਲੂਤ ਜੋ ਸਦੋਮ ਵਿੱਚ ਰਹਿੰਦਾ ਸੀ ਉਹਦੇ ਧਨ ਸੰਪਤੀ ਸਭ ਕੁਝ ਦੁਸ਼ਮਣ ਆ ਕੇ ਲੁੱਟ ਕੇ ਲੈ ਗਏ। ਮੇਰੇ ਪਿਆਰੇ ਪਰਮੇਸ਼ਰ ਦੇ ਲੋਕੋ, ਜਦ ਅਸੀਂ ਪਾਪ ਦੇ ਨੇੜੇ ਰਹਿੰਦੇ ਹਾਂ ਤਾਂ ਪਾਪ ਦਾ ਨਤੀਜਾ ਵੀ ਭੁਗਤਣਾ ਪੈਂਦਾ ਹੈ। ਕਿਸੇ ਨੇ ਕਿਹਾ ਜਦੋਂ ਕੋਈ ਕਿਸ਼ਤੀ ਡੁੱਬਦੀ ਹੈ ਤਾਂ ਜਿੰਨੇ ਲੋਕ ਕਿਸ਼ਤੀ ਦੇ ਵਿੱਚ ਸਵਾਰ ਹੁੰਦੇ ਸਾਰੇ ਡੁੱਬ ਜਾਂਦੇ ਨੇ। ਗਲਤੀ ਕਿਸੇ ਦੀ ਹੋਵੇ ਡੁੱਬਣਾ ਸਾਰਿਆਂ ਨੂੰ ਪੈਂਦਾ ਹੈ। ਸਦੋਮ ਦੇ ਵਿੱਚ ਲੂਤ ਨੇ ਫੈਸਲਾ ਕੀਤਾ ਮੈਂ ਜਾਵਾਂਗਾ
ਲੇਕਿਨ ਉਹਦਾ ਨਤੀਜਾ ਭੁਗਤਣਾ ਉਸ ਨੂੰ ਵੀ ਪਿਆ, ਉਹਦੇ ਪਰਿਵਾਰ ਵੀ ਭੁਗਤਣਾ ਪਿਆ। ਪਿਆਰੇ ਪਰਮੇਸ਼ਰ ਦੇ ਲੋਕੋ, ਕੀ ਤੁਹਾਡਾ ਜੀਵਨ ਕਿਤੇ ਇਸ ਪ੍ਰਕਾਰ ਦਾ ਨਹੀਂ ਹੈ? ਤੁਸੀਂ ਆਪਣੇ ਜੀਵਨ ਦੇ ਇੱਕ ਐਸੇ ਸਮੇਂ ਦੇ ਵਿੱਚ ਕੋਈ ਫੈਸਲਾ ਕਰ ਲਿਆ ਕਿ ਮੈਂ ਪਾਪ ਦੇ ਔਰ ਬਦੀ ਦੇ ਨੇੜੇ ਜਾਵਾਂ। ਤੁਸੀਂ ਅਬਰਾਹਮ ਦੀ ਆਵਾਜ਼ ਨੂੰ ਨਾ ਸੁਣੀ, ਤੁਸੀਂ ਅਬਰਾਹਮ ਦੇ ਵਿਸ਼ਵਾਸ ਨੂੰ ਨਾ ਦੇਖਿਆ। ਤੁਹਾਡੇ ਸਾਹਮਣੇ ਹਰ ਪ੍ਰਕਾਰ ਦੇ ਲੋਕ ਹੋਣਗੇ। ਉਹ ਲੋਕ ਵੀ ਹੋਣਗੇ ਜਿਹੜਾ ਪੁੱਠਾ ਤੁਰ ਰਹੇ ਹਨ, ਪਰ ਉਹ ਲੋਕ ਵੀ ਹੋਣਗੇ ਜਿਹੜੇ ਵਿਸ਼ਵਾਸ ਦੇ ਨਾਲ ਸਹੀ ਜੀਵਨ ਜੀ ਰਹੇ ਹੋਣਗੇ। ਲੇਕਿਨ ਸਾਡੀ ਇਨਸਾਨ ਦੀ ਫਿਤਰਤ ਹੈ, ਅਸੀਂ ਸਿੱਧਿਆਂ ਦੀ ਰੀਸ ਨਹੀਂ ਕਰਨੀ, ਪੁੱਠਿਆਂ ਦੀ ਰੀਸ ਕਰਨੀ। ਗਲਤ ਪ੍ਰਭਾਵ ਜ਼ਿਆਦਾ ਸਾਡੇ ਜੀਵਨਾਂ ਦੇ ਵਿੱਚ ਹੁੰਦਾ ਹੈ। ਗਲਤ ਗੱਲਾਂ ਦਾ, ਗਲਤ ਸੰਗਤੀ ਦਾ ਉਹਦਾ ਅਸਰ ਜ਼ਿਆਦਾ ਮਨੁੱਖ ਦੇ ਉੱਤੇ ਹੁੰਦਾ ਹੈ। ਲੂਤ ਚਲਾ ਗਿਆ, ਡੇਰਾ ਨੇੜੇ ਲਗਾਇਆ। ਇਸ ਜਗ੍ਹਾ ਦੇ ਵਿੱਚ ਅਸੀਂ 14 ਅਧਿਆਇ ਦੇ ਵਿੱਚ ਪੜ੍ਹਦੇ ਹਾਂ, ਲੂਤ ਹੁਣ ਸਦੋਮ ਦੇ ਬਾਹਰ ਨਹੀਂ ਹੈ, ਲੂਤ ਸਦੋਮ ਦੇ ਅੰਦਰ ਹੈ, ਵਿੱਚ ਹੈ। ਉਹਦਾ ਖਾਮਿਆਜ਼ਾ ਉਸ ਨੂੰ ਭੁਗਤਣਾ ਪਿਆ। ਲੇਕਿਨ ਇਸ ਦਾ ਮੇਨ ਕੈਰੈਕਟਰ ਲੂਤ ਨਹੀਂ ਸੀ, ਇਸ ਦਾ ਮੇਨ ਕੈਰੈਕਟਰ ਅਬਰਾਹਮ ਸੀ। ਅਬਰਾਹਮ ਦੇ ਲਈ ਬਹੁਤ ਆਸਾਨ ਸੀ ਇਹ ਕਹਿਣਾ ਔਰ ਇਹ ਫੈਸਲਾ ਕਰਨਾ, ਲੂਤ ਮੈਂ ਤੈਨੂੰ ਛੁਡਾਉਣ ਦੇ ਲਈ ਕਿਉਂ ਆਵਾਂ? ਤੂੰ ਤਾਂ ਆਪਣੀ ਗਲਤੀ ਦੇ ਨਾਲ ਹੀ ਉਸ ਜਗ੍ਹਾ ਦੇ ਵਿੱਚ ਗਿਆ ਸੀ, ਹੁਣ ਭੁਗਤੋ। ਜ਼ਿਆਦਾਤਰ ਅਸੀਂ ਇਸ ਪ੍ਰਕਾਰ ਨਾਲ ਕਹਿ ਦਿੰਦੇ ਆ, ਗਲਤੀ ਕੀਤੀ ਹੁਣ ਤੂੰ ਭੁਗਤ, ਗਲਤੀ ਕੀਤੀ ਤੇ ਤੁਸੀਂ ਹੁਣ ਭੁਗਤੋ। ਲੇਕਿਨ ਅਬਰਾਹਮ ਐਸਾ ਨਹੀਂ ਸੀ। ਅਬਰਾਹਮ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਉਸ ਕਿਸੇ ਨੇ ਸੁਨੇਹਾ ਦਿੱਤਾ ਕਿ ਦੇਖ ਲੂਤ ਜਿਹੜਾ ਹੈ ਉਸ ਨੂੰ ਲੁੱਟ ਕੇ ਲੈ ਗਏ ਹਨ, ਉਸ ਨੂੰ ਭਜਾ ਕੇ ਲੈ ਗਏ ਹਨ। ਅਬਰਾਹਮ ਨੇ ਉਸੇ ਵੇਲੇ ਆਪਣੇ ਲੋਕਾਂ ਨੂੰ ਤਿਆਰ ਕੀਤਾ। ਮੇਰਾ ਐਸਾ ਮੰਨਣਾ ਹੈ ਅਬਰਾਹਮ ਜਾਣਦਾ ਸੀ ਕਿ ਪਰਮੇਸ਼ਰ ਨੇ ਜਦ ਮੈਨੂੰ ਉਤਪਤੀ 12 ਅਧਿਆਇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਅਬਰਾਹਮ ਜਾਣਦਾ ਸੀ ਕਿ ਜਦ ਪਰਮੇਸ਼ਰ ਨੇ ਮੈਨੂੰ ਬੁਲਾਇਆ ਸੀ ਤਾਂ ਪਰਮੇਸ਼ਰ ਨੇ ਮੈਨੂੰ ਕਿਹਾ ਸੀ ਮੈਂ ਤੈਨੂੰ ਬਰਕਤ ਦੇਵਾਂਗਾ ਔਰ ਬਰਕਤ ਦਾ ਕਾਰਨ ਬਣਾਵਾਂਗਾ, ਬਰਕਤ ਦਾ ਕਾਰਨ ਬਣਾਵਾਂਗਾ। ਖੁਦਾ ਨੇ ਮੈਨੂੰ ਬਰਕਤ ਦਿੱਤੀ ਹੈ, ਲੇਕਿਨ ਇਸ ਵੇਲੇ ਸਾਰੀ ਬਰਕਤ ਨੂੰ ਲੈਣ ਦਾ ਵੇਲਾ ਨਹੀਂ ਹੈ, ਚੁੱਪ ਰਹਿਣ ਦਾ ਵੇਲਾ ਨਹੀਂ ਹੈ। ਇਸ ਵੇਲੇ ਮੈਨੂੰ ਬਰਕਤ ਦਾ ਕਾਰਨ ਬਣਨ ਦਾ ਵੇਲਾ ਹੈ। ਹਾਲੇਲੂਇਆ, ਹਾਲੇਲੂਇਆ। ਅਬਰਾਹਮ ਉੱਠਿਆ, ਆਪਣੇ 318 ਲੋਕ ਜਿਹੜੇ ਉਸਦੇ ਘਰ ਦੇ ਵਿੱਚ ਹੀ ਪਲ ਰਹੇ ਸਨ, ਸ਼ਸਤਰ ਅਸਤਰ ਸਭ ਕੁਝ ਸਿਖਾਏ ਲੋਕਾਂ ਨੂੰ ਲੈ ਕੇ ਤੁਰ ਪਿਆ। ਮੈਂ ਐਸਾ ਸੋਚਦਾ ਅਬਰਾਹਮ ਕੀ ਸੋਚ ਰਿਹਾ ਹੋਣਾ? 318 ਜਾਣੇ ਤੁਰ ਰਹੇ ਹਨ, ਪਤਾ ਨਹੀਂ ਕਿੰਨੀ ਫੌਜ ਹੋਵੇ ਉਹਨਾਂ ਦੇ ਸਾਹਮਣੇ, ਲੇਕਿਨ ਉਹ ਜਾਣਦਾ ਸੀ 318 ਲੋਕ ਹੈ ਤੇ ਮੈਂ ਜਾਵਾਂਗਾ, ਆਪਣੇ ਭਤੀਜੇ ਲੂਤ ਨੂੰ ਛੁਡਾ ਕੇ ਲੈ ਕੇ ਆਵਾਂਗਾ। ਪਿਆਰੇ ਪਰਮੇਸ਼ਰ ਦੇ ਲੋਕੋ, ਚਾਹੇ ਲੂਤ ਨੇ ਅਬਰਾਹਮ ਨੂੰ ਸਮੇਂ ਆਉਣ ਦੇ ਵਿੱਚ ਸਾਥ ਛੱਡ ਦਿੱਤਾ, ਉਹ ਦਰਦਨਾਕ ਸਮਾਂ ਹੋਏਗਾ, ਉਹ ਦਿਲ ਦਾ ਟੁੱਟਣ ਦਾ ਵੇਲਾ ਹੋਏਗਾ, ਲੇਕਿਨ ਥੋੜਾ ਸਮੇਂ ਬਾਅਦ ਅਬਰਾਹਮ ਦਾ ਦਿਲ ਭਾਵੇਂ ਟੁੱਟ ਗਿਆ ਤੇ ਵੀ ਪਰਮੇਸ਼ਰ ਨੇ ਟੁੱਟੇ ਹੋਏ ਅਬਰਾਹਮ ਦੇ ਦਿਲ ਨੂੰ ਜ਼ਰੂਰ ਰਿਪੇਅਰ ਕੀਤਾ, ਉਸ ਨੂੰ ਬਰਕਤ ਦਿੱਤਾ। ਹੁਣ ਉਹ ਸਹੀ ਸਲਾਮਤ ਹੈ, ਲੇਕਿਨ ਲੂਤ ਸਹੀ ਸਲਾਮਤ ਨਹੀਂ ਸੀ। ਲੂਤ ਵਿਛੜਿਆ ਹੋਇਆ ਸੀ, ਲੂਤ ਟੁੱਟ ਚੁੱਕਿਆ ਸੀ, ਲੂਤ ਭੱਜਿਆ ਹੋਇਆ ਸੀ। ਜਦ ਕੋਈ ਭਾਈ, ਕੋਈ ਭੈਣ, ਕੋਈ ਪਰਿਵਾਰ ਦਾ ਜੀ ਤੁਹਾਡੇ ਲਈ ਸਮੱਸਿਆ ਨੂੰ ਖੜਾ ਕਰੇ, ਤੁਸੀਂ ਕੀ ਕਰੋਗੇ? ਅਬਰਾਹਮ ਨੂੰ ਯਾਦ ਰੱਖਣਾ, ਅਬਰਾਹਮ ਨੂੰ ਯਾਦ ਰੱਖਣਾ। ਔਰ ਰੋਮੀਆਂ ਦੀ ਪੱਤਰੀ 12 ਦੀ 21 ਆਇਤ ਨੂੰ ਪੜ੍ਹੋ, ਦੇ ਵਿੱਚ ਲਿਖਿਆ ਹੈ ਬੁਰਾਈ ਨੂੰ ਤੁਸੀਂ ਜਿੱਤ ਦੇ ਨਾਲ, ਬੁਰਾਈ ਨੂੰ ਤੁਸੀਂ ਭਲਾਈ ਦੇ ਨਾਲ ਤੁਸੀਂ ਜਿੱਤਣਾ। ਪੜ੍ਹੋ ਰੋਮੀਆਂ 12 ਦੀ 21 ਆਇਤ ਨੂੰ ਪੜ੍ਹੋ। बुराई से ना हारो, बुराई से ना हारो, परंतु भलाई से बुराई को जीत लो, परंतु भलाई से बुराई को जीत लो। बुराई ਨੂੰ ਤੁਸੀਂ ਜਿੱਤ ਲੈਣਾ। ਪੰਜਾਬੀ ਦੇ ਵਿੱਚ ਪੜ੍ਹੋ ਕੀ ਲਿਖਿਆ ਹੈ, ਬੁਰਾਈ ਤੋਂ ਤੂੰ ਨਾ ਹਾਰ, ਹਾਂ ਸਗੋਂ ਭਲਾਈ ਨਾਲ ਬੁਰਾਈ ਨੂੰ ਜਿੱਤ ਲੈ। ਸਗੋਂ ਭਲਾਈ ਦੇ ਨਾਲ ਬੁਰਾਈ ਨੂੰ ਤੂੰ ਜਿੱਤ ਲੈ। ਹਾਲੇਲੂਇਆ, ਹਾਲੇਲੂਇਆ। ਅਬਰਾਹਮ ਜਾਣਦਾ ਸੀ ਇਹ ਮੇਰੇ ਪਰਿਵਾਰ ਦੇ ਵਿੱਚ ਇੱਕ ਔਖਾ ਵੇਲਾ ਆ ਗਿਆ, ਲੇਕਿਨ ਇਸ ਵੇਲੇ ਮੇਰਾ ਬਦਲਾ ਲੈਣ ਦਾ ਵੇਲਾ ਨਹੀਂ, ਇਸ ਵੇਲੇ ਮੇਰੇ ਖਾਮੋਸ਼ ਰਹਿਣ ਦਾ ਵੇਲਾ ਨਹੀਂ। ਇਸ ਵੇਲੇ ਮੈਂ ਇਹ ਸੋਚ ਨਾ ਰੱਖਾਂ ਉਹਦੇ ਨਾਲ ਜੋ ਵਾਪਰਿਆ ਵਾਪਰਨ ਦਿਓ, ਪਰ ਮੈਂ ਇਸ ਵੇਲੇ ਉੱਠਾਂ ਔਰ ਮੈਂ ਜਾ ਕੇ ਉਸ ਨੂੰ ਕਬਜ਼ੇ ਤੋਂ ਛੁਟਕਾਰਾ ਦੇਵਾਂ। हालेलुया, प्रेज़ द लॉर्ड, हालेलुया, हालेलुया। मेरे प्यारे परमेश्वर ਦੇ ਲੋਕੋ, ਪਹਿਲਾ ਸੀ ਉਸਨੇ ਆਪਣੇ ਰਿਸ਼ਤੇਦਾਰ ਦੇ ਉੱਤੇ ਜਿੱਤ ਨੂੰ ਹਾਸਲ ਕੀਤਾ। ਤੁਹਾਡੇ ਪਰਿਵਾਰ ਦੇ ਵਿੱਚ ਵੀ ਹੋ ਸਕਦਾ ਹੈ ਤੁਸੀਂ ਕਈ ਗੱਲਾਂ ਦੇ ਵਿੱਚੋਂ ਹਾਰ ਨੂੰ ਮਹਿਸੂਸ ਕਰ ਰਹੇ ਹੋਣਗੇ, ਜਾਂ ਹੋ ਸਕਦਾ ਕਿ ਤੁਸੀਂ ਕੰਫਰਟੇਬਲ ਹੋ ਗਏ
ਹੋ ਸਕਦਾ ਕਿ ਤੁਸੀਂ ਸਹੀ ਸਲਾਮਤ ਹੋ ਗਏ ਹੋ, ਲੇਕਿਨ ਦੂਸਰੇ ਬੰਨੇ ਕੋਈ ਹੋ ਰਿਹਾ ਹੋਏਗਾ, ਕੋਈ ਸੜ ਰਿਹਾ ਹੋਏਗਾ। ਜਾਂ ਹੋ ਸਕਦਾ ਕਿ ਉਹ ਦੁਵਿਧਾ ਦੇ ਵਿੱਚ ਫਸ ਰਿਹਾ ਹੈ। ਸਦੋਮ ਤੋਂ ਇੱਕ ਖਬਰ ਜੇ ਤੁਹਾਡੇ ਕੋਲ ਆਈ ਹੈ ਕਿ ਤੇਰਾ ਭਤੀਜਾ ਫਸ ਗਿਆ ਹੈ, ਤੇਰਾ ਭਤੀਜਾ ਬਚਿਆ ਹੋਇਆ ਹੈ। ਆਪਣੀ ਅੱਖਾਂ ਨੂੰ ਬੰਦ ਨਾ ਕਰਨਾ, ਆਪਣੇ ਮੂੰਹ ਨੂੰ ਬੰਦ ਨਾ ਕਰਨਾ, ਸਭ ਤੋਂ ਪਹਿਲਾਂ ਪ੍ਰਾਰਥਨਾ ਕਰਨਾ। ਦੂਸਰੇ ਵੇਲੇ ਦੂਸਰਾ ਜੋ ਕੋਈ ਤੁਸੀਂ ਕਰ ਸਕਦੇ ਹੋ ਤੁਸੀਂ ਆਪਣੀ ਹਿੰਮਤ ਨਾਲ ਕਰਨਾ। ਹਾਲੇਲੂਇਆ। ਤੁਹਾਨੂੰ ਪਤਾ ਲੂਤ ਸਦੋਮ ਨੂੰ ਛੱਡ ਕੇ ਨਹੀਂ ਗਿਆ, ਬਾਅਦ ਵਿੱਚ ਵੀ ਲੂਤ ਨੇ ਬਾਅਦ ਵਿੱਚ ਵੀ ਸਦੋਮ ਨੂੰ ਨਹੀਂ ਛੱਡਿਆ। 18 ਅਧਿਆਇ ਔਰ 19 ਅਧਿਆਇ ਨੂੰ ਪੜ੍ਹ ਕੇ ਦੇਖੋ, ਜਦੋਂ ਪਰਮੇਸ਼ਰ ਨੇ ਸਦੋਮ ਔਰ ਅਮੋਰਾ ਨੂੰ ਨਾਸ਼ ਕਰਨਾ ਸੀ, ਲੂਤ ਕਿੱਧਰ ਸੀ? ਸਦੋਮ ਦੇ ਵਿੱਚ ਹੀ ਸੀ। ਮਾਰ ਖਾਣ ਦੇ ਬਾਵਜੂਦ ਵੀ ਲੂਤ ਨੂੰ ਅਬਰਾਹਮ ਨੇ ਛੁਟਕਾਰਾ ਦਿੱਤਾ। ਉਸ ਤੋਂ ਬਾਵਜੂਦ ਵੀ ਲੂਤ ਮੁੜ ਫਿਰ ਵਾਪਸ ਚਲਾ ਗਿਆ। ਲੇਕਿਨ ਜਦੋਂ ਅਬਰਾਹਮ ਨੂੰ ਦੂਸਰੀ ਵਾਰੀ ਖਬਰ ਮਿਲਿਆ ਕਿ ਲੂਤ ਨੂੰ ਖੁਦਾ ਸਦੋਮ ਔਰ ਅਮੋਰਾ ਨੂੰ ਖੁਦਾ ਨਾਸ਼ ਕਰਨ ਜਾ ਰਿਹਾ ਹੈ, ਅਬਰਾਹਮ ਫਿਰ ਇੱਕ ਵਾਰ ਪਰਮੇਸ਼ਰ ਦੇ ਅੱਗੇ ਦੁਹਾਈ ਦਿੰਦਾ ਕਿ ਖੁਦਾਵੰਦਾ, ਕਾਸ਼ ਕਿ ਉਸ ਜਗ੍ਹਾ ਦੇ ਵਿੱਚ 10 ਧਰਮੀ ਜਣੇ ਵੀ ਹੋਣ ਕਿ ਤੂੰ ਨਾਸ਼ ਕਰੇਗਾ। ਅਬਰਾਹਮ ਫਿਰ ਤੋਂ ਪ੍ਰਾਰਥਨਾ ਕਰਦਾ ਸੀ ਕਿ ਲੂਤ ਕਿਸੇ ਨਾ ਕਿਸੇ ਰੀਤੀ ਨਾਲ ਬਚ ਜਾਏ। ਭਾਵੇਂ ਉਸ ਨਾਲ ਮੇਲ ਨਾ ਕਰ ਸਕਿਆ, ਭਾਵੇਂ ਉਸਦੀ ਫਿਤਰਤ ਨੂੰ ਜਾਣਦਾ ਸੀ, ਭਾਵੇਂ ਉਹਦੇ ਸੁਭਾਅ ਨੂੰ ਜਾਣਦਾ ਸੀ, ਦੂਰ ਹੀ ਸਹੀ, ਪਰ ਅਬਰਾਹਮ ਦਾ ਦਿਲ ਲੂਤ ਦੇ ਨਾਲ ਜੁੜਿਆ ਹੋਇਆ ਸੀ। ਮੇਰੇ ਪਿਆਰੇ ਪਰਮੇਸ਼ਰ ਦੇ ਲੋਕੋ, ਤੁਸੀਂ ਇਸ ਜਗ੍ਹਾ ਦੇ ਵਿੱਚ ਆਏ ਹੋ। ਅਸੀਂ ਇਸ ਜਗ੍ਹਾ ਦੇ ਵਿੱਚ ਆਂਦੇ ਹੋਏ ਪਰਮੇਸ਼ਰ ਦਾ ਕਲਾਮ ਸਾਨੂੰ ਕਈ ਗੱਲਾਂ ਦੇ ਵਿੱਚ ਸਿਖਾਉਂਦਾ ਹੈ। ਵਚਨ ਦੇ ਵਿੱਚ ਲਿਖਿਆ, ਪੌਲਸ ਪਤਰਸ ਇੱਕ ਸਮੱਸਿਆ ਦੇ ਵਿੱਚ, ਆਦਿ ਕਲੀਸਿਆ ਦੇ ਰਸੂਲ ਇੱਕ ਸਮੱਸਿਆ ਦੇ ਵਿੱਚ ਫਸ ਗਏ। ਕਲੀਸਿਆ ਜਦੋਂ ਬਣ ਰਹੀ ਸੀ, ਕਈ ਪ੍ਰਕਾਰ ਦੇ ਸਮੱਸਿਆਵਾਂ ਕਲੀਸਿਆ ਦੇ ਵਿੱਚ ਆ ਰਹੇ ਸਨ, ਔਰ ਇਸ ਜਗ੍ਹਾ ਦੇ ਵਿੱਚ ਇੱਕ ਸਮੱਸਿਆ ਆਈ। ਭੈਣਾਂ ਪਰਮੇਸ਼ਰ ਦੇ ਵਿੱਚ ਚੱਲਦੇ ਸਨ, ਉਹਨਾਂ ਦੇ ਪਤੀ ਪ੍ਰਭੂ ਦੇ ਵਿੱਚ ਨਹੀਂ ਸੀ ਚੱਲ ਰਹੇ। ਸੋ ਇੱਕ ਸਵਾਲ ਉੱਠਿਆ ਕਿ ਆਪਣੇ ਪਤੀ ਨੂੰ ਛੱਡ ਦੇਣ। ਵਚਨਾਂ ਦੇ ਵਿੱਚ ਲਿਖਿਆ, ਬਿਲਕੁਲ ਵੀ ਤੂੰ ਨਹੀਂ ਛੱਡਣਾ। ਹੋ ਸਕਦਾ ਕਿ ਤੇਰੇ ਚੰਗੇ ਸੁਭਾਅ ਦੇ ਨਾਲ ਉਹਦਾ ਵੀ ਜੀਵਨ ਪ੍ਰਭੂ ਦੇ ਵਿੱਚ ਆ ਜਾਵੇ। ਹਾਲੇਲੂਇਆ। ਮੇਰੇ ਪਿਆਰੇ ਪਰਮੇਸ਼ਰ ਦੇ ਲੋਕੋ, ਤੁਹਾਡੇ ਸਮਿਆਂ ਦੇ ਵਿੱਚ, ਤੁਹਾਡੇ ਜੀਵਨਾਂ ਦੇ ਵਿੱਚ ਹੋ ਸਕਦਾ ਕਿ ਘਰ ਦੇ ਅੰਦਰ ਹੀ ਕੋਈ ਨਾ ਕੋਈ ਗੜਬੜ ਚੱਲਦੀ ਹੋਵੇ, ਕੋਈ ਨਾ ਕੋਈ ਪਰੇਸ਼ਾਨੀ ਚੱਲਦੀ ਹੋਵੇ, ਲੇਕਿਨ ਤੁਹਾਡਾ ਕੰਮ ਕੀ ਹੈ? ਜਦੋਂ ਤੁਹਾਨੂੰ ਖਬਰ ਮਿਲੇ ਤੁਸੀਂ ਉਸੇ ਵੇਲੇ ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਡੋਲ ਦੇਣਾ। ਹਾਲੇਲੂਇਆ। ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਡੋਲ ਦੇਣਾ। ਹਾਲੇਲੂਇਆ। ਦੂਸਰਾ ਸੀ, ਉਸਨੇ ਰਾਜਿਆਂ ਦੇ ਉੱਤੇ ਜਿੱਤ ਨੂੰ ਹਾਸਲ ਕੀਤਾ। ਕਿਹਦੇ ਉੱਤੇ? ਰਾਜੇ ਦੇ ਉੱਤੇ ਜਿੱਤ ਨੂੰ ਹਾਸਲ ਕੀਤਾ। ਪੜੋ ਤੁਸੀਂ, ਔਰ 14 ਅਧਿਆਇ ਉਸੇ ਦਾ ਤੁਸੀਂ ਪੜੋ, 15 ਤੋਂ ਪੜੋ। ਅਤੇ ਉਸਨੇ ਔਰ ਉਸਦੇ ਟਹਿਲੂਆਂ ਨੇ ਜਥੇ ਬਣਾ ਕੇ ਰਾਤ ਨੂੰ ਉਹਨਾਂ ਨੂੰ ਮਾਰਿਆ। ਹਾਂ। ਅਤੇ ਹਵਾ ਤੀਕ ਜਿਹੜਾ ਦਮਿਸ਼ਕ ਦੇ ਖੱਬੇ ਪਾਸੇ ਹੈ ਉਹਨਾਂ ਦਾ ਪਿੱਛਾ ਕੀਤਾ। ਹਾਂ। ਅਤੇ ਉਹ ਸਾਰੇ ਮਾਲ ਧਨ ਨੂੰ ਮੋੜ ਲੈ ਆਇਆ ਅਤੇ ਆਪਣੇ ਭਰਾ ਲੂਤ ਨੂੰ ਵੀ ਔਰ ਉਸਦਾ ਸਾਰਾ ਮਾਲ ਧਨ ਔਰ ਤੀਵੀਆਂ ਔਰ ਲੋਕਾਂ ਨੂੰ ਵੀ ਮੋੜ ਕੇ ਲੈ ਆਇਆ। ਬਸ ਦੂਸਰਾ ਸੀ, ਉਸਨੇ ਬਾਹਰ ਦੇ ਲੋਕਾਂ ਦੇ ਉੱਤੇ ਵੀ ਜਿੱਤ ਨੂੰ ਹਾਸਲ ਕੀਤਾ। ਪਹਿਲਾਂ ਉਸਨੇ ਲੂਤ ਨੂੰ ਬਚਾਇਆ, ਆਪਣੇ ਪਰਿਵਾਰ ਦੇ ਉੱਤੇ ਜਿੱਤ ਨੂੰ ਹਾਸਲ ਕੀਤਾ। ਦੂਸਰਾ, ਇਸ ਵੇਲੇ ਕਿਹੜਾ ਜੰਗ ਸੀ? ਬਾਹਰ ਦੇ ਲੋਕਾਂ ਦੇ ਨਾਲ ਜੰਗ ਸੀ। ਪਿਆਰੇ ਪਰਮੇਸ਼ਰ ਦੇ ਲੋਕੋ, ਅਬਰਾਹਮ ਇੱਕ ਮੁਸਾਫਿਰ ਹੁੰਦੇ ਹੋਏ ਉਸ ਨੂੰ ਕਦੀ ਵੀ ਜੰਗ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ ਸੀ ਜੇਕਰ ਉਹਦਾ ਭਤੀਜਾ ਨਾ ਹੁੰਦਾ। ਉਹਦੇ ਭਤੀਜੇ ਦੇ ਕਾਰਨ ਉਸ ਨੂੰ ਜੰਗ ਦੇ ਵਿੱਚ ਸ਼ਾਮਲ ਹੋਣਾ ਪਿਆ। ਅਬਰਾਹਮ ਦੇ ਕੋਲ ਇੱਕ ਵੱਡੀ ਫੌਜ ਨਹੀਂ ਹੈ, ਲੇਕਿਨ ਵਿਸ਼ਵਾਸ ਦਾ ਬੰਦਾ ਜਦੋਂ ਵਿਸ਼ਵਾਸ ਨਾਲ ਗਿਆ, ਥੋੜੇ ਲੋਕ ਹੈ, 5 ਲੋਕ ਹਨ, 10 ਲੋਕ ਹਨ, ਗਿਦਿਓਨ ਦੇ ਵਰਗੇ 300 ਲੋਕ ਹਨ, ਜਾਂ ਅਬਰਾਹਮ ਦੇ ਵਾਂਗੂ 318 ਲੋਕ ਹਨ। ਵਿਸ਼ਵਾਸ ਨਾਲ ਜੰਗ ਕਰਨਾ, ਖੁਦਾ ਨੇ ਉਸ ਨੂੰ ਜਿੱਤ ਦੇ ਦਿੱਤੀ। ਹਾਲੇਲੂਇਆ। ਇਸੇ ਪ੍ਰਕਾਰ ਦੇ ਨਾਲ ਯੋਨਾਤਾਨ ਦੇ ਵੇਲੇ ਵੀ ਹੋਇਆ ਸੀ। ਪੜਾਂਗੇ ਪਹਿਲਾ ਸ਼ਮੂਏਲ 14 ਅਧਿਆਇ ਉਹਦੀ 6 ਆਇਤ ਨੂੰ ਪੜੋ। ਪਹਿਲਾ शमूएल 14 बाब और उसकी 6 आयत ਨੂੰ ਪੜਾਂਗੇ। तब योनाथान ने अपने हथियार ढोने वाले जवान से कहा, आ हम उन खतना रहित लोगों की चौकी के पास जाएं, क्या जाने यहोवा हमारी सहायता करे, क्योंकि यहोवा के लिए कोई रुकावट नहीं कि चाहे तो बहुत लोगों के द्वारा चाहे थोड़े लोगों के द्वारा छुटकारा दे। लिखा योनातान ने अपने हथियार ढोने वाले ਨੂੰ ਕਿਹਾ, ਆਓ ਅਸੀਂ ਪਾਰ ਚਲੀਏ, ਫਲਿਸਤੀਆਂ ਦੇ ਨਾਲ ਉਹਨਾਂ ਦੇ ਚੌਂਕੀ ਦੇ ਕੋਲ ਜਾਈਏ, ਕੀ ਜਾਣੀਏ ਯਹੋਵਾ ਸਾਡੀ ਕੀ ਕਰੇਗਾ, सहायता करे, क्योंकि यहोवा दे लिए कोई भी रुकावट नहीं है। वो चाहे तो बहुत लोगों के द्वारा भी या हो सकता
ਥੋੜੇ ਲੋਕਾਂ ਦੇ ਦੁਆਰਾ ਵੀ ਕੀ ਦੇ ਸਕਦਾ ਹੈ? छुटकारा दे सकता है ਪਰਮੇਸ਼ਰ ਬਹੁਤ ਲੋਕਾਂ ਤੋਂ ਵੀ ਛੁਟਕਾਰਾ ਦੇ ਸਕਦਾ ਹੈ और थोड़े लोगों ਔਰ को भी ਥੋੜੇ ਲੋਕਾਂ ਤੋਂ ਵੀ ਛੁਟਕਾਰਾ ਦੇ ਸਕਦਾ ਹੈ। और वचन के अनुसार अब्राहम ज़ादी फौज नहीं है पर जिन्ने भी ਉਹਦੇ ਕੋਲ ਹਨ ਉਹਨਾਂ ਦੇ ਨਾਲ ਹੋ ਗਿਆ। ਤੁਸੀਂ ਕਲਾਮ ਨੂੰ ਪੜ੍ਹ ਕੇ ਦੇਖੋ, ਉਤਪਤੀ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜਦੋਂ ਵੀ ਖੁਦਾ ਨੇ ਆਸ਼ੀਸ਼ ਦਿੱਤਾ ਉੱਪਰੋਂ ਨਹੀਂ, ਇਸ ਤਰ੍ਹਾਂ ਖੁਦਾ ਨੇ ਕਿਹਾ ਜੋ ਕੁਝ ਤੇਰੇ ਕੋਲ ਹੈ ਉਸੇ ਨੂੰ ਖੁਦਾ ਵਾਅਦੇ ਪਾਉਂਦਾ ਹੈ, ਜੋ ਕੁਝ ਤੁਹਾਡੇ ਕੋਲ ਹੈ ਉਸੇ ਤੋਂ ਖੁਦਾ ਜਿੱਤ ਨੂੰ दिंदा है। ਦਾਊਦ ਨੇ ਗੋਲੀਅਤ ਤੋਂ ਜਦੋਂ ਸਾਹਮਣਾ ਕਰਨਾ ਸੀ ਉਸਨੇ ਕਿਹਦੇ ਨਾਲ ਮਾਰਿਆ? पत्थर दे ਪੱਥਰ ਦੇ ਨਾਲ। ਉਸ ਨੂੰ ਤਲਵਾਰ ਚਲਾਉਣਾ ਨਹੀਂ ਸੀ ਆਂਦਾ, ਲੇਕਿਨ ਪੱਥਰ ਦੇ ਨਾਲ ਗੋਫਨ ਸੀ ਉਹਦੇ ਕੋਲ ਔਰ ਪੱਥਰ ਸੀ। ਇੱਕ ਪੱਥਰ ਮਾਰਿਆ, 5 ਪੱਥਰ ਲਏ, ਇੱਕ ਪੱਥਰ ਦੇ ਨਾਲ ਹੀ ਉਸਨੇ ਗੋਲੀਅਤ ਨੂੰ ਥੱਲੇ ਸੁੱਟ ਦਿੱਤਾ। ਫਿਰ ਉਹਦੇ ਹੀ ਤਲਵਾਰ ਦੇ ਨਾਲ ਉਹਦਾ ਸਿਰ ਨੂੰ ਵੱਢ ਕੱਢ ਸੁੱਟਿਆ। ਦਿੱਤਾ। ਤੁਸੀਂ ਵਚਨ ਚ ਪੜ੍ਹ ਕੇ ਦੇਖੋ, 5 ਰੋਟੀ ਔਰ 2 ਮੱਛੀ ਨੂੰ ਖੁਦਾ ਨੇ ਹਜ਼ਾਰਾਂ ਨੂੰ ਖਿਲਾਇਆ, ਥੋੜੇ ਜਿਹੇ ਤੇਲ ਨੂੰ ਖੁਦਾ ਨੇ ਬਹੁਤ ਵਧਾਇਆ। ਜੇ ਤੁਸੀਂ ਜਿੱਤ ਨੂੰ ਹਾਸਲ ਕਰਨਾ ਹੈ, ਜ਼ਾਦੀ ਫੌਜ ਦੀ ਲੋੜ ਨਹੀਂ, ਜ਼ਾਦੇ ਪ੍ਰਯਤਨ ਦੀ ਲੋੜ ਨਹੀਂ, ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਕੇ ਚੱਲਣਾ, ਖੁਦਾ ਥੋੜਿਆਂ ਤੋਂ ਵੀ ਜਿੱਤ ਨੂੰ ਦਿਲਵਾ ਸਕਦਾ ਹੈ। ਹਾਲੇਲੂਇਆ। 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 ਪੜਾਂਗੇ ਪਹਿਲਾ ਯਹੂਨਾ 5 ਬਾਬ ਉਸ ਦੀ 4 ਅਤੇ 5 ਆਇਤ ਨੂੰ ਪੜਾਂਗੇ। 1 ਜੌਨ ਚੈਪਟਰ 5 verse 4 and 5। ਕਿਉਂ ਜੋ ਹਰੇਕ ਜਿਹੜਾ ਪਰਮੇਸ਼ਰ ਤੋਂ ਜੰਮਿਆ ਉਹ ਸੰਸਾਰ ਉੱਤੇ ਫਤਹ ਪਾਉਂਦਾ ਹੈ। ਜੋ ਕੋਈ ਪਰਮੇਸ਼ਰ ਤੋਂ ਜੰਮਿਆ ਉਹ ਸੰਸਾਰ ਉੱਤੇ ਫਤਹ ਉਹ ਪਾਉਂਦਾ ਹੈ। ਸੰਸਾਰ ਦੇ ਉੱਤੇ ਫਤਿਹ ਨੂੰ ਪਾਉਂਦਾ ਹੈ। ਔਰ ਫਤਹ ਇਹ ਹੈ ਔਰ ਫਤਿਹ ਇਹ ਹੈ ਜਿਨੇ ਸੰਸਾਰ ਉੱਤੇ ਫਤਹ ਪਾਈ, ਜਿਸ ਨੇ ਸੰਸਾਰ ਦੇ ਉੱਤੇ ਜਿੱਤ ਨੂੰ ਪ੍ਰਾਪਤ ਕੀਤਾ, ਅਰਥਾਤ ਸਾਡੀ ਨਿਸ਼ਚਾ, ਅਰਥਾਤ ਸਾਡੀ ਨਿਸ਼ਚਾ, ਸਾਡੇ ਵਿਸ਼ਵਾਸ ਨੇ ਸੰਸਾਰ ਦੇ ਉੱਤੇ ਜਿੱਤ ਨੂੰ ਹਾਸਲ ਕੀਤਾ। ਹਾਲੇਲੂਇਆ। हालेलुया। ਇਹ ਸੀ ਅਬਰਾਹਮ ਨੇ ਆਪਣੇ ਭਤੀਜੇ ਨੂੰ ਹੀ ਨਹੀਂ ਬਚਾਇਆ, ਦੁਸ਼ਮਣਾਂ ਨੂੰ ਵੀ ਹਰਾਇਆ। ਜੋ ਕੁਝ ਲੁੱਟ ਕੇ ਲੈ ਕੇ ਗਏ ਸਭ ਕੁਝ ਉਹ ਵਾਪਸ ਲੈ ਕੇ ਆਇਆ। ਪਿਆਰੇ ਪਰਮੇਸ਼ਰ ਦੇ ਲੋਕੋ, ਜਦ ਕੋਈ ਵਿਅਕਤੀ, ਕੋਈ ਭਾਈ, ਕੋਈ ਭੈਣ ਪ੍ਰਭੂ ਦੇ ਵਿੱਚ ਹੋ ਕੇ ਚੱਲਦਾ ਹੈ, ਤੁਹਾਡੀ ਦੌੜ ਜਿਸਮਾਨੀ ਦੌੜ ਨਹੀਂ, ਯੋਰ ਵਾਕ ਇਜ਼ ਅ ਸਪਿਰਚੁਅਲ ਵਾਕ। ਤੁਹਾਡੀ ਦੌੜ ਇੱਕ ਆਤਮਿਕ ਦੌੜ ਹੈ। ਇਸ ਆਤਮਿਕ ਦੌੜ ਦੇ ਵਿੱਚ ਦੁਸ਼ਮਣ ਹਰ ਪ੍ਰਕਾਰ ਦੇ ਤੁਹਾਨੂੰ ਮਿਲਣਗੇ, ਬਾਹਰ ਦੇ ਲੋਕ ਵੀ ਮਿਲਣਗੇ, ਅੰਦਰ ਦੇ ਲੋਕ ਵੀ ਮਿਲਣਗੇ, ਪਰ ਕਿਹੜੀ ਚੀਜ਼ ਤੁਹਾਨੂੰ ਜਿੱਤ ਦਿਲਾਏਗੀ? ਵਚਨ ਕਹਿੰਦਾ ਤੁਹਾਡੀ ਨਿਹਚਾ, ਤੁਹਾਡਾ ਵਿਸ਼ਵਾਸ ਤੁਹਾਨੂੰ ਜਿੱਤ ਦਿਲਵਾਏਗਾ। ਹਾਲੇਲੂਇਆ। हालेलुया। ਥਰਡ ਥਿੰਗ, ਤੀਸਰਾ ਉਹ ਬਹੁਤ ਜ਼ਰੂਰੀ ਹੈ ਸਾਡੇ ਸਭਨਾਂ ਦੇ ਵਾਸਤੇ, ਜਿਹਦੇ ਉੱਤੇ ਜਿੱਤ ਨੂੰ ਕਈ ਲੋਕਾਂ ਨੇ ਹਾਸਲ ਕੀਤਾ, ਕਈਆਂ ਨੇ ਹਾਸਲ ਨਹੀਂ ਕੀਤਾ। ਉਹ ਸੀ ਆਪਣੇ ਉੱਤੇ ਜਿੱਤ, ਅ ਵਿਕਟਰੀ ਓਵਰ ਹਿਮਸੈਲਫ। ਉਹ ਕਿਹੜਾ ਹਿੱਸਾ ਪੜਾਂਗੇ? ਉਤਪਤੀ 14 ਅਧਿਆਇ 17 ਆਇਤ ਤੋਂ ਪੜਨਾ ਸ਼ੁਰੂ ਕਰੋ। 17 ਤੋਂ 24 ਆਇਤ ਪੜਾਂਗੇ। ਜੈਨੇਸਿਸ ਚੈਪਟਰ 14 from verse 17 to 24। ਸਦੋਮ ਦਾ ਰਾਜਾ ਉਸ ਦੇ ਮਿਲਣ ਲਈ ਨਿਕਲ ਕੇ ਆਇਆ। ਜਦੋਂ ਉਹ ਕਦਾਰ ਉਮਰ ਉਹਨਾਂ ਰਾਜਿਆਂ ਨੂੰ ਜਿਹੜੇ ਉਹਦੇ ਨਾਲ ਸਨ ਮਾਰ ਕੇ ਸਵੇ ਦੀ ਦੂਨ ਨੂੰ, ਜਿਹੜੀ ਬਾਦਸ਼ਾਹੀ ਦੂਨ ਹੈ, ਮੁੜ ਆਇਆ। ਅਤੇ ਮਲਕ ਸਿਦਕ ਸਲੇਮ ਦਾ ਰਾਜਾ ਰੋਟੀ ਔਰ ਮਦ ਲੈ ਕੇ ਆਇਆ। ਉਹ ਅਤ ਮਹਾਪਰਮੇਸ਼ਰ ਦਾ ਜਾਜਕ ਸੀ। ਤਾਂ ਉਸਨੇ ਇਹ ਆ ਕੇ ਉਹਨੂੰ ਅਸੀਸ ਦਿੱਤੀ ਕਿ ਅਤ ਮਹਾਪਰਮੇਸ਼ਰ ਆਕਾਸ਼ ਅਤੇ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ। ਅਤੇ ਮੁਬਾਰਕ ਹੈ ਅਤ ਮਹਾਪਰਮੇਸ਼ਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵਸ ਵਿੱਚ ਕਰ ਦਿੱਤਾ। ਤਾਂ ਉਸਨੇ ਉਹਨੂੰ ਉਹ ਸਭ ਕਾਸੇ ਦਾ ਦਸਵੰਧ ਦਿੱਤਾ। ਅਤੇ ਸਦੋਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਹਨਾਂ ਜੀਵਾਂ ਨੂੰ ਮੈਨੂੰ ਦੇ, ਪਰ ਮਾਲ ਔਰ ਧਨ ਆਪ ਰੱਖ ਲੈ। ਪਰੰਤੂ ਅਬਰਾਮ ਨੇ ਸਦੋਮ ਦੇ ਰਾਜਾ ਨੂੰ ਆਖਿਆ, ਮੈਂ ਯਹੋਵਾ ਅਤ ਮਹਾਪਰਮੇਸ਼ਰ ਆਕਾਸ਼ ਅਤੇ ਧਰਤੀ ਦੇ ਮਾਲਕ ਦੇ ਅੱਗੇ ਪ੍ਰਣ ਕੀਤਾ ਹੈ ਕਿ ਮੈਂ ਧਾਗੇ ਤੋਂ ਲੈ ਕੇ ਜੁੱਤੀ ਦੇ ਸੱਲੂ ਤੱਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ। ਅਜਿਹਾ ਨਾ ਹੋਵੇ ਕਿ ਤੂੰ ਆਖੇ ਕਿ ਮੈਂ ਹੀ ਅਬਰਾਹਮ ਨੂੰ ਧਨੀ ਬਣਾ ਦਿੱਤਾ ਹੈ। ਕੇਵਲ ਉਹ ਤੂੰ ਛੱਡ ਦੇ ਜੋ ਗੱਭਰੂਆਂ ਨੇ ਖਾ ਲਿਆ, ਔਰ ਉਹਨਾਂ ਮਨੁੱਖਾਂ ਦਾ ਹਿੱਸਾ ਜਿਹੜੇ ਮੇਰੇ ਨਾਲ ਗਏ, ਅਰਥਾਤ ਅਨੇਰ ਔਰ ਅਸ਼ਕੋਲ ਔਰ ਮਮਰੇ, ਉਹ ਆਪਣਾ ਹਿੱਸਾ ਲੈ ਲੈਣ। ਬਸ ਤੀਸਰਾ, ਅਬਰਾਹਮ ਨੇ ਆਪਣੇ ਉੱਤੇ ਜਿੱਤ ਨੂੰ ਹਾਸਲ ਕੀਤਾ। ਇਹ ਕਿਸ ਤਰ੍ਹਾਂ ਦੀ ਗੱਲ ਹੋਈ? ਜਦੋਂ ਅਬਰਾਹਮ ਨੇ ਜਿੱਤ ਨੂੰ ਹਾਸਲ ਕੀਤਾ, ਆਪਣੇ ਭਤੀਜੇ ਨੂੰ ਬਚਾ ਲਿਆ, ਦੁਸ਼ਮਣਾਂ ਨੂੰ ਔਰ ਸਦੋਮ ਦੇ ਰਾਜੇ ਨੂੰ ਉਹ ਸਭ ਕੁਝ ਬੰਦਵਾਈ ਤੋਂ ਛੁਟਕਾਰਾ ਦੇਤਾ। ਵਚਨ ਦੇ ਵਿੱਚ ਲਿਖਿਆ 2 ਰਾਜੇ ਉਸ ਨੂੰ ਮਿਲਣ ਦੇ ਲਈ ਆਏ। ਇੱਕ ਸੀ ਸਦੋਮ ਦਾ ਰਾਜਾ, ਦੂਸਰਾ ਸੀ ਮਲਕੀ ਸਦੇਕ ਸ਼ਾਲੇਮ ਦਾ ਰਾਜਾ। 2 ਜਣੇ ਉਸ ਨੂੰ ਮਿਲਣ ਦੇ ਲਈ ਆਏ। ਇਹ ਦੋਨੋਂ ਅਲੱਗ-ਅਲੱਗ ਗੱਲਾਂ ਕਰ ਰਹੇ ਨੇ, ਦੋਨੋਂ ਅਲੱਗ-ਅਲੱਗ ਰੀਤੀ ਦੇ ਨਾਲ ਆਏ ਔਰ
ਦੋਨਾਂ ਦੇ ਨਾਲ ਅਬਰਾਹਮ ਦਾ ਵਿਹਾਰ ਅਲੱਗ ਸੀ। ਪਹਿਲਾ ਅਸੀਂ ਇਸ ਗੱਲ ਨੂੰ ਜਾਣਨਾ, ਜਦ ਵੀ ਖੁਦਾ ਸਾਨੂੰ ਜਿੱਤ ਦੇਵੇ ਅਸੀਂ ਜੰਗ ਤੋਂ ਪਹਿਲਾਂ ਪ੍ਰਾਰਥਨਾ ਜ਼ਰੂਰ ਕਰਦੇ ਹਾਂ। ਕੋਈ ਸਮੱਸਿਆ ਆਵੇ, ਸਮੱਸਿਆ ਤੋਂ ਪਹਿਲਾਂ ਅਸੀਂ ਕੀ ਕਰਾਂਗੇ? प्रार्थना करेंगे ਕਿ ਖੁਦਾਵੰਦਾ ਇੱਕ ਵੱਡੀ ਮੁਸ਼ਕਿਲ ਆ ਗਈ, ਤੁਸੀਂ ਸਾਨੂੰ ਇਸ ਮੁਸ਼ਕਿਲ ਤੋਂ ਬਚਾਣਾ। ਲੇਕਿਨ ਅਸਲੀ ਪਰੀਖਿਆ ਜਿੱਤ ਤੋਂ ਬਾਅਦ ਸ਼ੁਰੂ ਹੁੰਦੀ ਹੈ, ਸਫਲਤਾ ਤੋਂ बात शुरू होती है। ਉਹ ਜਿੱਤ ਨੂੰ ਹਾਸਲ ਕਰਨਾ ਬੜਾ ਔਖਾ ਹੈ। ਅਬਰਾਹਮ ਨੂੰ ਪਤਾ ਸੀ ਕਿ ਉਹ ਸਭ ਕੁਝ ਲੁੱਟ ਕੇ ਜਿਹੜਾ ਉਹ ਜੰਗ ਤੋਂ ਜਿੱਤ ਕੇ ਆਇਆ ਹੈ, ਸਭ ਕੁਝ ਉਹਦਾ ਸੀ। ਅਬਰਾਹਮ ਜਾਣਦਾ ਸੀ, ਕਿਉਂ? ਕਿਉਂਕਿ ਉਸ ਵੇਲੇ ਦੇ ਅਨੁਸਾਰ ਜਿਹੜਾ ਜੰਗ ਦੇ ਵਿੱਚ ਜਾ ਕੇ ਜਿੱਤ ਨੂੰ ਹਾਸਲ ਕਰੇ, ਲੁੱਟੇ ਮਤਲਬ ਕਿ ਉਸਨੇ ਕਬਜ਼ਾ ਕੀਤਾ, ਜੋ ਕੁਝ ਵੀ ਉਧਰ ਦਾ ਮਾਲ ਹੋਏਗਾ, ਜੋ ਕੁਝ ਵੀ, ਉਹ ਸਾਰਾ ਉਸ ਬੰਦੇ ਦਾ ਹੈ ਜਿਸ ਨੇ ਜਿੱਤ ਨੂੰ ਪ੍ਰਾਪਤ ਕੀਤਾ। ਜੋ ਕੁਝ ਵੀ ਉਸਨੇ ਜਿੱਤ ਨੂੰ ਹਾਸਲ ਕੀਤਾ, ਰਾਜਿਆਂ ਨੂੰ ਮਾਰਿਆ, ਲੁੱਟ ਦਾ ਮਾਲ ਸੀ, ਇਹ ਸਾਰਾ ਹੱਕ ਕਿਹਦਾ ਸੀ? ਅਬਰਾਹਮ ਦਾ ਸੀ। ਕਿਹਦਾ ਹੱਕ ਸੀ? ਅਬਰਾਹਮ ਦਾ ਹੱਕ ਸੀ। ਉਸ ਜਗ੍ਹਾ ਦੇ ਵਿੱਚ ਦੋ ਰਾਜੇ ਆ ਗਏ ਅਬਰਾਹਮ ਕੋਲ, ਔਰ ਲਿਖਿਆ ਸਦੋਮ ਦਾ ਰਾਜਾ ਆਇਆ, ਔਰ ਉਸ ਤੋਂ ਪਹਿਲਾਂ ਮਲਕੀ ਸਦੇਕ ਆਇਆ। शालेम ਦਾ ਰਾਜਾ ਮਲਕੀ ਸਦੇਕ ਆਇਆ, ਔਰ ਉਸ ਨੂੰ ਰੋਟੀ ਔਰ ਦਾਖ ਮਧੂ ਲੈ ਕੇ ਆਇਆ। ਇਸ शालेम ਦੇ ਰਾਜਾ ਦੇ ਬਾਰੇ ਮਲਕੀ ਸਦੇਕ ਕਿੱਥੋਂ ਆ ਗਿਆ? ਇਸ ਦੇ ਬਾਰੇ ਇਬਰਾਨੀਆਂ ਦੀ ਪੱਤਰੀ ਦੇ ਵਿੱਚ 5 ਤੋਂ ਲੈ ਕੇ 7 ਅਧਿਆਏ ਔਰ ਜ਼ਬੂਰ 110 ਆਇਤ ਵਿੱਚ 110 ਬਾਬ ਦੇ ਵਿੱਚ ਲਿਖਿਆ ਹੈ ਕਿ ਮਸੀਹਾ ਮਲਕੀ ਸਦੇਕ ਦੇ ਆਰਡਰ ਦੇ ਵਿੱਚ ਆਏਗਾ। ਇਬਰਾਨੀਆਂ 5 ਤੋਂ 7 ਅਧਿਆਏ ਦੇ ਵਿੱਚ ਮਲਕੀ ਸਦੇਕ ਨੂੰ ਯਿਸੂ ਮਸੀਹ ਦਾ ਪ੍ਰਤੀਰੂਪ ਕਿਹਾ ਗਿਆ ਹੈ। ਯਿਸੂ ਮਸੀਹ ਨਹੀਂ, ਯਿਸੂ ਮਸੀਹ ਦਾ ਪ੍ਰਤੀਰੂਪ ਕਿਹਾ ਗਿਆ ਹੈ। ਔਰ ਲਿਖਿਆ ਹੈ, ਗੌਰ ਕਰਨਾ, ਅਸੀਂ ਯਿਸੂ ਮਸੀਹ ਦੇ ਸਲੀਬੀ ਮੌਤ ਦੇ ਨੇੜੇ ਦਿਵਸ ਨੂੰ ਮਨਾਉਣ ਜਾ ਰਹੇ ਹਾਂ। ਲੇਕਿਨ ਜੇਕਰ ਤੁਹਾਨੂੰ ਯਾਦ ਹੋਵੇ, ਯਿਸੂ ਮਸੀਹ ਨੇ ਸਲੀਬੀ ਮੌਤ ਦੇ ਵੇਲੇ ਚੜ੍ਹਨ ਤੋਂ ਪਹਿਲਾਂ ਆਪਣੇ ਚੇਲਿਆਂ ਦੇ ਨਾਲ ਬੈਠਾ ਸੀ, ਔਰ ਜਦੋਂ ਉਸਨੇ ਉਸ ਜਗ੍ਹਾ ਦੇ ਵਿੱਚ ਚੇਲਿਆਂ ਦੇ ਨਾਲ ਬੈਠਾ, ਉਸਨੇ ਆਖਰੀ ਭੋਜਨ ਕੀਤਾ ਸੀ। ਉਹ ਲਾਸਟ ਸਫਰ ਦੇ ਵਿੱਚ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੀ ਦਿੱਤਾ ਸੀ? ਰੋਟੀ ਔਰ ਦਾਖਰਸ। ਰੋਟੀ ਨੂੰ ਤੋੜਿਆ ਔਰ ਅੰਗੂਰਾਂ ਦਾ ਰਸ ਦਿੱਤਾ। ਉਸ ਗੱਲ ਦਾ ਪ੍ਰਤੀਕ ਸੀ ਕਿ ਇਹ ਸਰੀਰ, ਇਹ ਰੋਟੀ ਜੋ ਤੁਹਾਡੇ ਲਈ ਤੋੜਿਆ ਗਿਆ, ਇਹ ਮੇਰਾ ਸਰੀਰ ਹੈ। ਇਹ ਦਾਖ ਮਧੂ, ਇਹ ਦਾਖ ਰਸ ਜੋ ਤੁਹਾਨੂੰ ਦਿੱਤਾ ਜਾਏਗਾ, ਇਹ ਲਹੂ ਦੇ ਵਿੱਚ ਇੱਕ ਨਵਾਂ ਨੇਮ ਹੈ। ਸੁਣਨਾ, ਅਬਰਾਹਮ ਜਿੱਤ ਨੂੰ ਹਾਸਲ ਕਰਕੇ ਆਇਆ, ਪਿੱਛੇ ਆਪਣੇ ਭਤੀਜੇ ਲੂਤ ਨੂੰ ਜਿੱਤ ਕੇ ਆਇਆ। ਲੇਕਿਨ ਜਦੋਂ ਮਲਕੀ ਸਦੇਕ ਉਹਦੇ ਸਾਹਮਣੇ ਆਇਆ, ਇੱਕ ਗੱਲ ਦਾ ਸਲੀਬੀ ਮੌਤ ਦੀ ਕਹਾਣੀ ਨੂੰ ਯਾਦ ਦਿਲਾਉਣ ਲੱਗਾ ਸੀ ਕਿ ਜੋ ਕੁਝ ਵੀ ਤੁਸੀਂ ਜਿੱਤ ਨੂੰ ਹਾਸਲ ਕਰ ਗਏ ਹੋ, ਇਹਦਾ ਸਾਰਾ ਸ਼੍ਰੇ ਪਰਮੇਸ਼ਰ ਦਾ ਹੈ। ਇਹ ਪਹਿਲਾਂ ਤੋਂ ਹੀ ਜੰਗ ਜਿੱਤ ਚੁੱਕਿਆ ਸੀ। ਇਹ ਰੋਟੀ ਜੋ ਤੁਹਾਡੇ ਲਈ ਤੋੜਿਆ ਗਿਆ ਔਰ ਦਾਖਰਸ ਜੋ ਤੁਹਾਨੂੰ ਪਿਲਾਇਆ ਗਿਆ, ਇਹ ਯਿਸੂ ਮਸੀਹ ਦਾ ਸਰੀਰ ਹੈ ਔਰ ਲਹੂ ਹੈ ਜੋ ਤੁਹਾਨੂੰ ਇੱਕ ਜਿੱਤ ਨੂੰ ਦੇਣ ਜਾ ਰਿਹਾ ਹੈ। ਕਿ ਵਚਨ ਦੇ ਵਿੱਚ ਨਹੀਂ ਲਿਖਿਆ, ਉਹਦੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਕੀਤੇ ਗਏ, ਉਹਦੇ ਲਹੂ ਬਹਾਏ ਜਾਣ ਦੇ ਦੁਆਰਾ ਅਸੀਂ ਛੁਟਕਾਰਾ ਪ੍ਰਾਪਤ ਕੀਤਾ ਹੈ। ਮਲਕੀ ਸਦੇਕ ਜਦੋਂ ਉਸ ਜਗ੍ਹਾ ਦੇ ਵਿੱਚ ਆਇਆ, ਇਬਰਾਨੀਆਂ ਦੀ ਪੱਤਰੀ 5 ਔਰ 7 ਅਧਿਆਏ ਦੇ ਵਿੱਚ ਇਸ ਪ੍ਰਕਾਰ ਦਾ ਲਿਖਿਆ ਹੋਇਆ ਹੈ, ਨਾ ਤੇ ਉਹਦੀ ਵੰਸ਼ਾਵਲੀ ਹੈ, ਕੁਝ ਵੀ ਜ਼ਿਕਰ ਨਹੀਂ ਹੈ। ਇਹ ਕਿਸ ਗੱਲ ਨੂੰ ਪ੍ਰਤੀਕ ਕਰ ਰਿਹਾ ਸੀ ਕਿ ਉਹ ਪਰਮ ਪ੍ਰਧਾਨ ਪਰਮੇਸ਼ਰ ਦਾ ਪੁੱਤਰ ਦਾ ਰੂਪ ਸੀ। ਜਦੋਂ ਉਸ ਜਗ੍ਹਾ ਦੇ ਵਿੱਚ ਆਇਆ, ਉਸਨੇ ਕਿਹਾ, ਪਰਮ ਪ੍ਰਧਾਨ ਈਸ਼ਵਰ ਦੇ ਵੱਲੋਂ ਜੋ ਆਕਾਸ਼ ਔਰ ਧਰਤੀ ਦਾ ਅਧਿਕਾਰੀ ਹੈ, ਤੂੰ ਮੁਬਾਰਕ ਹੋਵੇ। शालेम ਦਾ ਅਰਥ ਕੀ ਸੀ? शालेम ਦਾ ਅਰਥ ਸੀ शालोम। शालोम ਦਾ ਅਰਥ ਹੈ ਸ਼ਾਂਤੀ। ਸ਼ਾਂਤੀਦਾਇਕ ਰਾਜਾ ਉਹਦੇ ਕੋਲ ਆ ਰਿਹਾ ਸੀ। ਹਾਲੇਲੂਇਆ, ਹਾਲੇਲੂਇਆ। ਜਦੋਂ ਅਬਰਾਹਮ ਨੇ ਇਸ ਮਲਕੀ ਸਦੇਕ ਨੂੰ ਦੇਖਿਆ, ਉਸ ਨੂੰ ਕਿਸੇ ਨੇ ਨਹੀਂ ਸੀ ਸਿਖਾਇਆ ਤਾਂ ਆਪਣਾ ਦਸਵੰਧ ਦੇਣਾ। मूसा ਦੀ ਸ਼ਰ੍ਹਾ ਤੋਂ ਹੀ ਦਸਵੰਧ ਦੀ ਰੀਤ ਸ਼ੁਰੂ ਹੋ ਰਿਹਾ ਹੈ, ਲੇਕਿਨ ਦਸਵੰਧ ਦੀ ਰੀਤ ਕਿਸੇ ਨੇ ਵੀ ਨਹੀਂ ਸੀ ਸਿਖਾਈ। ਲੇਕਿਨ ਅਬਰਾਹਮ ਨੇ ਉਸੇ ਵੇਲੇ ਆਪਣਾ ਦਸਵੰਧ ਉਸ ਰਾਜੇ ਨੂੰ ਸੌਂਪ ਦਿੱਤਾ। ਇਸ ਗੱਲ ਦਾ ਪ੍ਰਤੀਕ ਦਿਖਾ ਰਿਹਾ ਸੀ, ਜੋ ਕੁਝ ਵੀ ਮੈਂ ਜਿੱਤ ਨੂੰ ਹਾਸਲ ਕੀਤਾ ਹੈ, ਜੋ ਕੁਝ ਵੀ ਮੈਂ ਹੁਣ ਤੱਕ ਜਿੱਤ ਚੁੱਕਿਆ ਹਾਂ, ਮੇਰਾ ਨਹੀਂ ਹੈ। ਇਹ ਸਾਰਾ ਜਿੱਤ ਦਾ ਸ਼੍ਰੇ ਤੁਹਾਨੂੰ ਮੈਂ ਦੇਣਾ ਹਾਂ। ਹਾਲੇਲੂਇਆ। ਮੇਰੇ ਪਿਆਰੇ ਪਰਮੇਸ਼ਰ ਦੇ ਲੋਕੋ, ਤੁਸੀਂ ਆਪਣਾ ਜਿੱਤ ਦਾ ਕ੍ਰੈਡਿਟ ਕਿਸ ਨੂੰ ਦਿੰਦੇ ਹੋ? ਇਹ ਸਭ ਤੋਂ ਵੱਡੀ ਗੱਲ ਸੀ। ਜੰਗ ਨੂੰ ਜਿੱਤ ਚੁੱਕਿਆ ਹਾਂ,
ਨੌਕਰੀ ਪਾ ਚੁੱਕਿਆ ਹਾਂ, ਰੋਗਾਂ ਤੋਂ ਸ਼ਿਫਾ ਪਾ ਚੁੱਕਿਆ ਹਾਂ, ਜਿੱਤ ਨੂੰ ਮੈਂ ਹਾਸਿਲ ਕਰ ਚੁੱਕਿਆ ਹਾਂ। ਜੋ ਕੁਝ ਅਸਾਧੇ ਸੀ ਖੁਦਾ ਨੇ ਕਰਕੇ ਦਿਖਾਇਆ, ਹੁਣ ਮੈਂ ਜਿੱਤ ਦਾ ਸ਼੍ਰੇ ਕਿਸ ਨੂੰ ਦੇ ਰਿਹਾ ਹਾਂ। ਅਬਰਾਹਮ ਨੇ ਆਪਣੇ ਲਈ ਰੱਖਿਆ ਨਹੀਂ, ਅਬਰਾਹਮ ਨੇ ਆਪਣੇ ਮਨ ਨੂੰ ਜੋੜਿਆ ਨਹੀਂ। ਅਬਰਾਹਮ ਨੇ ਕਿਹਾ ਕਿ ਨੋ, ਇਹ ਸ਼੍ਰੇ ਮੇਰਾ ਨਹੀਂ, ਇਹ ਸਾਰਾ ਜਿੱਤ ਦਾ ਕ੍ਰੈਡਿਟ ਸਰਵਸ਼ਕਤੀਮਾਨ ਪਰਮੇਸ਼ਰ ਨੂੰ ਮਿਲਨੇ ਪਾਏ। ਹਾਲੇਲੂਇਆ, ਹਾਲੇਲੂਇਆ। ਉਸਨੇ ਆਪਣੇ ਮਨ ਦੇ ਉੱਤੇ ਜਿੱਤ ਨੂੰ ਹਾਸਲ ਕਰ ਚੁੱਕਿਆ ਸੀ, ਉਸਨੇ ਆਪਣੇ ਉੱਤੇ ਕਾਬੂ ਕਰ ਚੁੱਕਿਆ ਸੀ। ਔਰ ਦੂਸਰੇ ਬੰਨੇ ਸਦੋਮ ਦਾ ਰਾਜਾ ਵੀ ਆਇਆ। ਉਹ ਕਿਸ ਗੱਲ ਦਾ ਪ੍ਰਤੀਕ ਸੀ? ਉਹ ਸ਼ੈਤਾਨ ਦਾ ਪ੍ਰਤੀਕ ਸੀ। ਸਦੋਮ ਦਾ ਰਾਜਾ ਆ ਕੇ ਉਸ ਨੂੰ ਕੀ ਕਹਿ ਰਿਹਾ? ਪੜੋ ਤੁਸੀਂ 21 ਆਇਤ ਨੂੰ ਪੜੋ। ਅਤੇ ਸਦੋਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਹਨਾਂ ਜੀਵਾਂ ਨੂੰ ਮੈਨੂੰ ਦੇ, ਹਾਂ। ਪਰ ਮਾਲ ਧਨ ਆਪ ਰੱਖ ਲੈ। ਹਾਂਜੀ, ਪਰੰਤੂ ਅਬਰਾਮ ਨੇ ਸਦੋਮ ਦੇ ਰਾਜਾ ਨੂੰ ਆਖਿਆ, ਪਰ ਅਬਰਾਹਮ ਨੇ ਸਦੋਮ ਦੇ ਰਾਜਾ ਨੂੰ ਆਖਿਆ, ਮੈਂ ਯਹੋਵਾ ਅਤ ਮਹਾਪਰਮੇਸ਼ਰ ਆਕਾਸ਼ ਅਤੇ ਧਰਤੀ ਦੇ ਮਾਲਕ ਦੇ ਅੱਗੇ ਵਾਅਦਾ ਕੀਤਾ ਕਿ ਮੈਂ ਧਾਗੇ ਤੋਂ ਲੈ ਕੇ ਜੁੱਤੀ ਦੇ ਸੱਲੂ ਤੀਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ। ਹਾਂ। ਅਜਿਹਾ ਨਾ ਹੋਵੇ ਕਿ ਤੂੰ ਆਖੇ ਕਿ ਮੈਂ ਹੀ ਅਬਰਾਹਮ ਨੂੰ ਧਨੀ ਬਣਾ ਦਿੱਤਾ ਹੈ। ਦੂਸਰਾ ਸਦੋਮ ਦਾ ਰਾਜਾ ਆਇਆ, ਇੱਕ ਪ੍ਰਤਾਵੇ ਨੂੰ ਲੈ ਕੇ ਆਇਆ। ਉਹ ਕਹਿੰਦਾ ਪ੍ਰਾਣੀਆਂ ਨੂੰ ਮੈਨੂੰ ਦੇ ਦੇ, ਬੰਦਿਆਂ ਨੂੰ ਮੈਨੂੰ ਦੇ ਦੇ, ਇਹ ਧਨ ਨੂੰ ਆਪਣੇ ਕੋਲ ਰੱਖ ਲੈ, ਪੈਸੇ ਨੂੰ ਰੱਖ ਲੈ, ਪ੍ਰਾਣੀਆਂ ਨੂੰ ਦੇ ਦੇ, ਬੰਦਿਆਂ ਨੂੰ ਮੈਨੂੰ ਦੇ ਦੇ। ਅਬਰਾਹਮ ਨੇ ਕੀ ਕਿਹਾ? ਇਹ ਨਹੀਂ ਹੋਣ ਵਾਲਾ। ਕੀ ਤੁਹਾਨੂੰ ਪਤਾ ਹੈ ਯਿਸੂ ਮਸੀਹ ਦੀ ਜਦੋਂ ਪ੍ਰੀਖਿਆ ਕੀਤੀ ਗਈ, ਯਿਸੂ ਮਸੀਹ ਨੂੰ ਸ਼ੈਤਾਨ ਨੇ ਬੜਾ ਸਾਰਾ ਪ੍ਰਲੋਭਨ ਦਿੱਤਾ, ਤੂੰ ਮੇਰੇ ਸਾਹਮਣੇ ਮੱਥਾ ਟੇਕ, ਇਹ ਸਾਰਾ ਦੁਨੀਆ, ਇਹ ਸਾਰਾ ਜਗਤ ਮੈਂ ਤੈਨੂੰ ਕੀ ਕਰ ਦਿਆਂਗਾ? ਦੇ ਦਿਆਂਗਾ। ਅੱਛਾ ਸੁਣੋ, ਸਦੋਮ ਨੇ ਜਿਹੜਾ ਉਸ ਨੂੰ ਉਹ ਲੋਲੀਪੌਪ ਦੇਣ ਲੱਗਾ ਸੀ ਅਬਰਾਹਮ ਨੂੰ, ਕੀ ਕਹਿੰਦਾ ਹੈ? ਪ੍ਰਾਣੀਆਂ ਨੂੰ ਮੈਨੂੰ ਦੇ ਦੇ, ਇਹ ਸਾਰਾ ਧਨ ਮੈਂ ਤੈਨੂੰ ਦੇਦਾ। ਮੈਂ ਤੁਹਾਨੂੰ ਪਹਿਲੇ ਸਿਖਾਇਆ ਸੀ, ਜਿਹੜਾ ਜੰਗ ਦੇ ਵਿੱਚ ਜਿੱਤ ਕੇ ਆਵੇ ਉਹ ਲੁੱਟ ਦਾ ਮਾਲ ਕਿਹਦਾ ਹੈ? ਉਹਦਾ ਹੀ ਹੈ। ਉਹਦਾ ਹੀ ਹੈ, ਕਿਹਦਾ? ਅਬਰਾਹਮ ਦਾ ਜਾਂ ਸਦੋਮ ਦੇ ਰਾਜੇ ਦਾ? ਅਬਰਾਹਮ ਦਾ। ਇਹ ਤਾਂ ਆਲਰੇਡੀ ਅਬਰਾਹਮ ਦਾ ਹੋ ਚੁੱਕਿਆ ਹੈ, ਲੇਕਿਨ ਸਦੋਮ ਦਾ ਰਾਜਾ ਉਸ ਨੂੰ ਕੀ ਪ੍ਰਲੋਭਨ ਦੇ ਰਿਹਾ ਹੈ? ਮੈਂ ਤੈਨੂੰ ਦੇ ਦੂੰਗਾ, ਮੈਂ ਤੈਨੂੰ ਸਾਰਾ ਧਨ ਦੇ ਦਿਆਂਗਾ। ਆਲਰੇਡੀ ਉਹਦਾ ਸੀ, ਆਲਰੇਡੀ ਪਹਿਲਾਂ ਤੋਂ ਹੀ ਅਬਰਾਹਮ ਦਾ ਹੋ ਚੁੱਕਿਆ ਹੈ, ਲੇਕਿਨ ਸ਼ੈਤਾਨ ਆ ਕੇ ਉਸ ਨੂੰ ਇੱਕ ਲਾਲਚ ਦੇ ਰਿਹਾ ਹੈ। ਦੇਖੋ ਸ਼ੈਤਾਨ ਨੇ ਯਿਸੂ ਮਸੀਹ ਨੂੰ ਵੀ ਇਹ ਕਿਹਾ ਸੀ, ਮੇਰੇ ਅੱਗੇ ਮੱਥਾ ਟੇਕ, ਇਹ ਸਾਰਾ ਜਗਤ ਮੈਂ ਤੈਨੂੰ ਕੀ ਕਰ ਦਿਆਂਗਾ? ਦੇ ਦਿਆਂਗਾ। ਇਹ ਸਾਰਾ ਜਗਤ ਆਲਰੇਡੀ ਪਰਮੇਸ਼ਰ ਦਾ ਸੀ, ਲੇਕਿਨ ਫਿਰ ਇਸ ਨੂੰ ਇਹ ਸਾਰਾ ਤੈਨੂੰ ਮੈਂ ਦੇ ਦਿਆਂਗਾ। ਯਿਸੂ ਮਸੀਹ ਕਹਿੰਦਾ ਕਿ ਨਹੀਂ, ਇਹ ਕੰਮ ਹੋਣ ਵਾਲਾ ਨਹੀਂ ਹੈ। ਅਬਰਾਹਮ ਨੇ ਕਿਹਾ ਕਿ ਇਹ ਕੰਮ ਨਹੀਂ ਹੋਣ ਵਾਲਾ। ਕਹਿੰਦਾ ਕਿ ਮੈਂ ਜੋ ਕੁਝ ਵੀ ਤੇਰਾ ਹੈ ਉਸ ਵਿੱਚੋਂ ਨਾ ਤੇ ਮੈਂ ਇੱਕ ਸੂਤ, ਨਾ ਜੂਤੀ ਕਾ ਬੰਧਨ, ਇੱਕ ਤਸ਼ਮਾ ਤੱਕ ਨਹੀਂ ਲੈਣਾ, ਨਾ ਕੋਈ ਚੀਜ਼ ਉੱਥੋਂ ਲੈਣੀ ਹੈ, ਕਿਤੇ ਇਹ ਨਾ ਹੋਏ ਕਿ ਤੂੰ ਆ ਕੇ ਆਖੇ ਮੈਂ ਤੈਨੂੰ ਧਨੀ ਬਣਾਇਆ ਹੈ। ਮੇਰੇ ਕਾਰਨ ਅਬਰਾਹਮ ਧਨੀ ਬਣ ਗਿਆ। ਪਿਆਰੇ ਪਰਮੇਸ਼ਰ ਦੇ ਲੋਕੋ, ਸ਼ੈਤਾਨ ਅਲੱਗ ਰੀਤੀ ਦੇ ਨਾਲ ਤੁਹਾਨੂੰ ਆ ਕੇ ਪ੍ਰਲੋਭਨ ਦੇਗਾ। ਕੋਈ ਨਾ ਕੋਈ ਆ ਕੇ ਤੁਹਾਨੂੰ ਕਹੇਗਾ ਹੁਣ ਬਸ ਤੇਰੀ ਸ਼ਾਬਾਸ਼ੀ ਹੈ, ਤੇਰੀ ਚੜਾਈਆਂ ਹੋ ਗਈਆਂ, ਹੁਣ ਸ਼ਾਰਟਕਟ ਅਪਣਾ ਲੈ, ਹੁਣ ਤੇਰੀਆਂ ਚੜਾਈਆਂ ਹੋ ਗਈਆਂ, ਹੁਣ ਇਸ ਰੀਤੀ ਨਾਲ ਵੀ ਤੂੰ ਚਲੇ ਜਾ। ਲੇਕਿਨ ਜਾਣਨਾ, ਜਿਹੜਾ ਕੰਮ ਪਰਮੇਸ਼ਰ ਦੇ ਵਚਨ ਦੇ ਉਲਟ ਹੈ, ਹੱਥ ਨਾ ਪਾਇਓ। ਜਿਹੜਾ ਕੰਮ ਪਰਮੇਸ਼ਰ ਦੇ ਤਰੀਕੇ ਦੇ ਨਾਲ ਨਹੀਂ ਹੈ, ਕਹਿ ਕਿ ਨਾ, ਕਿਤੇ ਇਹ ਨਾ ਹੋਏ ਕਿ ਤੁਸੀਂ ਕੱਲ ਨੂੰ ਮੈਨੂੰ ਆ ਕੇ ਕਹੋ ਕਿ ਤੇਰੇ ਕਾਰਨ ਮੈਂ ਧਨੀ ਬਣਿਆ, ਤੇਰੇ ਉਸ ਲਾਲਚ ਦੇ ਕਾਰਨ ਮੈਂ ਧਨੀ ਬਣ ਗਿਆ। ਇਹ ਕੰਮ ਮੈਂ ਨਹੀਂ ਕਰਾਂਗਾ, ਲੇਕਿਨ ਜੋ ਕੁਝ ਮੇਰੇ ਕੋਲ ਹੈ ਖੁਦਾ ਉਸੇ ਦੇ ਵਿੱਚ ਵਾਧਾ ਪਾਏਗਾ। ਹਾਲੇਲੂਇਆ। ਤੁਹਾਨੂੰ ਪਤਾ ਅਬਰਾਹਮ ਗਰੀਬ ਬਣਿਆ ਬਾਅਦ ਚ? ਨਹੀਂ, ਕੀ ਅਬਰਾਹਮ ਨੂੰ ਕਿਸੇ ਗੱਲ ਦਾ ਘਾਟਾ ਹੋਇਆ? ਨਹੀਂ ਹੋਇਆ। ਜੋ ਲੁੱਟ ਦਾ ਮਾਲ ਲੈ ਕੇ ਅਬਰਾਹਮ ਨੇ ਹੱਥ ਨਹੀਂ ਲਾਇਆ, ਕਹਿੰਦਾ ਕਿ ਨਹੀਂ ਚਾਹੀਦਾ। ਖੁਦਾ ਨੇ ਜੋ ਕੁਝ ਉਹਦੇ ਕੋਲ ਸੀ, ਉਹਦੇ ਤੋਂ ਹੀ ਖੁਦਾ ਨੇ ਉਸ ਨੂੰ ਬਹੁਤ ਵੱਡਾ ਇਨਸਾਨ ਬਣਾਇਆ, ਹਾਲੇਲੂਇਆ, ਆਸ਼ੀਸ਼ਾਂ ਦਾ ਸੋਤਾ ਬਣਾਇਆ। ਆਮੀਨ। ਕਿਉਂਕਿ ਉਸ ਨੂੰ ਖੁਦਾ ਦਾ ਵਾਅਦਾ ਸੀ, ਮੈਂ ਤੈਨੂੰ ਕਿਹਾ ਕਿ ਮੈਂ ਤੈਨੂੰ ਬਰਕਤ ਦੇਵਾਂਗਾ ਔਰ ਬਰਕਤ ਦਾ ਘਰ ਕਾਰਨ ਬਣਾਵਾਂਗਾ। ਬਣਾਵਾਂਗਾ। ਅਬਰਾਹਮ ਨੇ ਆਪਣੇ ਉੱਤੇ ਜਿੱਤ ਨੂੰ ਹਾਸਿਲ ਕੀਤਾ। ਪਰਤਾਵੇ ਦੋਨੋਂ ਬੰਨੇ ਆ ਜਾਂਦੇ ਹੈ, ਜੰਗ ਤੋਂ ਪਹਿਲਾਂ, ਜੰਗ ਤੋਂ ਬਾਅਦ। ਕਿਸੇ ਨੇ ਕਿਹਾ ਜੰਗ ਤੋਂ ਪਹਿਲਾਂ ਤਾਂ ਬੜੀ ਤਿਆਰੀਆਂ ਹੋ ਜਾਂਦੀਆਂ, ਜੰਗ ਤੋਂ ਬਾਅਦ ਵੀ ਤਿਆਰੀ ਕਰਨੀ ਬੜੀ ਜ਼ਰੂਰੀ ਹੈ। ਜੰਗ ਤੋਂ ਪਹਿਲਾਂ ਜੰਗ ਦੇ ਲਈ ਤਿਆਰੀ, ਜੰਗ ਤੋਂ ਬਾਅਦ ਕਿਤੇ ਡਿੱਗ ਨਾ ਜਾਇਓ ਉਹਦੀ ਤਿਆਰੀ। ਹਾਲੇਲੂਇਆ। ਬਹੁਤ ਸਾਰੇ ਲੋਕ ਜਦ ਮਸਲਾ ਹੱਲ ਹੋ ਜਾਂਦਾ ਫਿਰ ਭੁੱਲ ਜਾਂਦੇ ਆ। ਮਸਲਾ ਹੱਲ ਹੋ ਜਾਏ ਭੁੱਲ ਜਾਂਦੇ ਆ। ਪਿੱਛੇ ਪਾਸੋਂ ਸੋਨੂ ਮੇਰੇ ਨਾਲ ਗੱਲ ਕਰ ਰਹੇ ਸਨ, ਮੈਂ ਇੱਕ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਜਾ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਫਲਾਣੇ ਪਿੰਡ ਦੇ ਲੋਕ, ਇੱਕ ਭੈਣ ਆਉਂਦੇ ਸੀ, ਉਹ ਕਿੱਧਰ ਗਏ?
ਕਹਿੰਦੇ ਪਾਸਟਰ ਜੀ ਜਦੋਂ ਪਰਮੇਸ਼ਰ ਦੇ ਵਿੱਚ ਨਹੀਂ ਸੀ, ਮਤਲਬ ਕਿ ਨਵਾਂ ਚੱਲੇ ਸੀ, ਉਹ ਹਵੇਲੀ 'ਚ ਰਹਿੰਦੇ ਸੀ, ਕਹਿੰਦੇ ਕਿ ਖੁਦਾਵੰਦ ਦਾ ਪ੍ਰਾਰਥਨਾ ਕਰੋ ਖੁਦਾ ਸਾਨੂੰ ਇੱਕ ਵੱਡਾ ਘਰ ਦੇਵੇ। ਜਦੋਂ ਘਰ ਬਣ ਗਿਆ ਤੇ ਕਹਿੰਦੇ ਮੈਂ ਫਿਰ ਪ੍ਰਾਰਥਨਾ ਕਰਨ ਦੇ ਲਈ ਗਿਆ ਤੇ ਮੈਨੂੰ ਕਹਿੰਦੇ ਇੱਧਰ ਨਾ ਆਇਓ, ਹਵੇਲੀ 'ਚ ਆਇਓ। ਇੱਧਰ ਨਾ ਆਇਓ, ਹਵੇਲੀ ਚ ਆਓ। ਕਹਿੰਦੇ ਹਵੇਲੀ 'ਚ ਆਇਓ। ਕਹਿੰਦੇ ਪਾਸਟਰ ਜੀ ਇਸ ਤਰ੍ਹਾਂ ਲੋਕ ਕਿਉਂ ਕਰਦੇ ਨੇ? ਮੈਂ ਕਿਹਾ ਕਿ ਖੁਦਾ ਤਾਈਓ ਇਹਨਾਂ ਨੂੰ ਦੁੱਖਾਂ 'ਚ ਰੱਖੇ ਨਾ, ਫਿਰ ਹੀ ਯਾਦ ਰੱਖਦੇ। ਜੇ ਥੋੜਾ ਜਿਹਾ ਸੁੱਖ ਦੇ ਦੇਣ ਭੁੱਲ ਜਾਂਦੇ ਆ, ਫਿਰ ਕਿਉਂ ਜਾਂਦੇ ਆ? ਭੁੱਲ ਜਾਂਦੇ ਆ। ਤੇ ਖੁਦਾ ਦੁੱਖਾਂ 'ਚ ਰੱਖੇ ਨਾ ਤਾਂ ਬੰਦਾ ਹਮੇਸ਼ਾ ਹੋਸ਼ 'ਚ ਰਹਿੰਦਾ ਕਿ ਮੈਨੂੰ ਰੱਬ ਚਾਹੀਦਾ। ਅਬਰਾਹਮ ਜਦੋਂ ਦਿੱਤ ਨੂੰ ਹਾਸਲ ਕਰ ਚੁੱਕਿਆ, ਉਹਨੇ ਸਦੋਮ ਦੇ ਵੱਲ ਕੰਨ ਨਹੀਂ ਲਾਇਆ। ਸਦੋਮ ਦੇ ਕਿਸੇ ਸ਼ਰਤ ਨੂੰ ਉਸਨੇ ਕਬੂਲ ਨਹੀਂ ਕੀਤਾ, ਲੇਕਿਨ ਦੇਣ ਵਾਲਾ ਬਣਿਆ। ਉਹਨੇ ਸ਼ਾਲੇਮ ਦੇ ਰਾਜਾ ਮਲਕਿਸੇਦੇਕ ਨੂੰ ਆਪਣਾ ਜੋ ਕੁਝ ਬਣਦਾ ਸੀ ਦਸਵੰਧ ਉਸਨੇ ਪ੍ਰਭੂ ਦੇ ਘਰ ਦੇ ਵਿੱਚ ਦਿੱਤਾ। ਹਾਲੇਲੂਇਆ। ਮੇਰੇ ਪਿਆਰੇ ਪਰਮੇਸ਼ਰ ਦੇ ਲੋਕੋ, ਤੁਹਾਡੇ ਪ੍ਰਤਾਵਿਆਂ ਦੇ ਉੱਤੇ ਜਿੱਤ ਨੂੰ ਹਾਸਲ ਕਰਨਾ ਹੈ ਤਾਂ ਤੁਸੀਂ ਆਪਣੇ ਰਿਸ਼ਤਿਆਂ ਦੇ ਉੱਤੇ ਵੀ ਜਿੱਤ ਨੂੰ ਹਾਸਲ ਕਰਨਾ, ਤੁਸੀਂ ਬਾਹਰ ਦਿਆਂ ਦੇ ਉੱਤੇ ਵੀ ਜਿੱਤ ਨੂੰ ਹਾਸਲ ਕਰਨਾ, ਆਪਣੇ ਉੱਤੇ ਵੀ ਜਿੱਤ ਨੂੰ ਹਾਸਲ ਕਰੀਏ। ਆइए ਅਸੀਂ ਸਾਰੇ ਆਪਣੇ ਅੱਖਾਂ ਨੂੰ ਬੰਦ ਕਰਾਂਗੇ। ਤੁਹਾਡਾ ਪਰਿਵਾਰ ਦਾ ਹੋ ਸਕਦਾ ਕੋਈ ਜੀ ਤੁਹਾਨੂੰ ਬਹੁਤ ਔਖਾ ਕਰ ਬੈਠਾ ਹੈ, ਹੋ ਸਕਦਾ ਕਿ ਤੁਸੀਂ ਬਹੁਤ ਸਮੱਸਿਆ ਦੇ ਵਿੱਚ ਚੱਲ ਰਹੇ ਹੋ। It can be possible that you are in a very troublesome relationship, ਬਹੁਤ ਔਖੇ ਸਮੇਂ ਦੇ ਵਿੱਚ ਜੀ ਰਹੇ ਹੋ, and he or she is far from you। ਹੋ ਸਕਦਾ ਕਿ ਉਹ ਜੀ ਕਰਦਾ ਜੀ ਤੁਹਾਡੇ ਤੋਂ ਬੜਾ ਦੂਰ ਬੈਠਾ ਹੈ, ਲੇਕਿਨ ਇਸ ਵੇਲੇ ਤੁਸੀਂ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੇ ਘੁਟਨਿਆਂ ਨੂੰ ਟੇਕ ਕੇ ਬੈਠਣਾ। ਹਾਲੇਲੂਇਆ। ਤੁਸੀਂ ਉਸ ਬੰਦੇ ਦੇ ਉੱਤੇ ਜਿੱਤ ਨੂੰ ਹਾਸਲ ਕਰੋਗੇ। ਆਮੀਨ। ਉਸ ਭਾਈ ਦੇ ਉੱਤੇ, ਉਸ ਭੈਣ ਦੇ ਉੱਤੇ ਜਿੱਤ ਨੂੰ ਹਾਸਲ ਕਰਨਾ ਹੈ। ਜੇਕਰ ਉਹ ਔਖੇ ਵੇਲੇ ਦੇ ਵਿੱਚ ਚੱਲ ਰਿਹਾ ਹੈ, ਉਹਦੀ ਬਾਹ ਨੂੰ ਛੱਡਣਾ ਨਹੀਂ, ਉਹਦੀ ਬਾਹ ਨੂੰ ਫੜਨ ਦੇ ਲਈ ਅੱਗੇ ਜ਼ਰੂਰ ਜਾਣਾ। ਹੋ ਸਕਦਾ ਖੁਦਾ ਨੇ ਤੁਹਾਨੂੰ ਇਸ ਲਈ ਆਰਾਮ ਦਿੱਤਾ ਤਾਂ ਕਿ ਤੁਸੀਂ ਉਸ ਦੇ ਔਖੇ ਵੇਲੇ ਦੇ ਲਈ ਤੁਸੀਂ ਉਹਦੇ ਸਹਾਇਕ ਬਣ ਸਕੋ। ਹਾਲੇਲੂਇਆ। ਬੁਰਾਈ ਦਾ ਬਦਲਾ ਭਲਾਈ ਦੇ ਨਾਲ ਦੇਣਾ। ਪ੍ਰਾਰਥਨਾ ਕਰੀਏ, ਪ੍ਰਾਰਥਨਾ ਕਰੀਏ ਉਸ ਭਾਈ ਦੇ ਲਈ, ਉਸ ਭੈਣ ਦੇ ਲਈ, ਹੋ ਸਕਦਾ ਤੁਹਾਡੇ ਪਤੀ ਦੇ ਲਈ ਜਾਂ ਤੁਹਾਡੀ ਪਤਨੀ ਦੇ ਵਾਸਤੇ, ਤੁਹਾਡੇ ਬੱਚਿਆਂ ਦੇ ਵਾਸਤੇ ਜਿਹੜੇ ਤੁਹਾਡੇ ਤੋਂ ਦੂਰ ਨੇ। ਦੁਆ ਕਰੀਏ ਖੁਦਾਵੰਦ ਤੁਸੀਂ ਉਹਨਾਂ ਨੂੰ ਬਚਾ ਲਓ। ਪ੍ਰਭੂ ਜੀ ਉਹਨਾਂ ਨੂੰ ਖਿੱਚ ਲਿਆਓ, ਪ੍ਰਭੂ ਜੀ ਉਹਨਾਂ ਨੂੰ ਖਿੱਚ ਲਿਆਓ, ਪ੍ਰਭੂ ਜੀ ਉਹਨਾਂ ਦੇ ਦਿਲ ਨੂੰ ਤੋੜਨਾ, ਖਿੱਚ ਲਿਆ। ਸ਼ਖੰਦਾਲਾ ਰਾਬਾਨਾਬਾ, ਤੁਸੀਂ ਬਾਹਰ ਦੇ ਉੱਤੇ ਵੀ ਜਿੱਤ ਨੂੰ ਹਾਸਲ ਕਰੋਗੇ। ਕੋਈ ਐਸਾ ਕੰਮ ਨਹੀਂ ਹੈ ਜੋ ਪਰਮੇਸ਼ਰ ਦੇ ਲਈ ਅਨਹੋਣਾ ਹੈ। ਹਾਲੇਲੂਇਆ। ਡਰਨਾ ਨਹੀਂ। ਤੁਸੀਂ ਥੋੜੇ ਜਨ ਹੋ, 2 ਜਣੇ ਹੋ, 3 ਜੀ ਹੋ, 5 ਜੀ ਹੋ, ਤੁਸੀਂ ਦੁਸ਼ਮਣ ਦੇ ਉੱਤੇ ਕਿਵੇਂ ਜਿੱਤ ਨੂੰ ਹਾਸਲ ਕਰ ਸਕਦੇ ਹੋ? ਵਿਸ਼ਵਾਸ ਦਾ ਬੰਦਾ ਜਿੱਤ ਨੂੰ ਹਾਸਲ ਕਰਨ ਦੇ ਲਈ ਬਣਾਇਆ ਗਿਆ। ਵਿਸ਼ਵਾਸ ਦਾ ਬੰਦਾ ਹਾਰਨ ਦੇ ਲਈ ਨਹੀਂ, ਜਿੱਤਣ ਦੇ ਲਈ ਬੁਲਾਇਆ ਗਿਆ ਹੈ। ਇਸ ਲਈ ਇਬਰਾਨੀਆਂ ਦੀ ਪੱਤਰੀ ਦੇ ਵਿੱਚ ਲਿਖਿਆ, ਹਰ ਇੱਕ ਰੋਕਣ ਵਾਲੀ ਵਸਤੂ, ਉਲਝਾਣ ਵਾਲੇ ਪਾਪ ਨੂੰ ਦੂਰ ਕਰਕੇ ਆਪਣੇ ਉਧਾਰਕਰਤਾ ਯਿਸੂ ਦੇ ਵੱਲ, ਜੋ ਸਭ ਕੁਝ ਪੂਰਾ ਕਰ ਸਕਦਾ, ਉਹਦੇ ਵੱਲ ਤੱਕਦੇ ਰਹੋ। ਉਹਦੇ ਵੱਲ ਤੱਕਦੇ ਰਹਿਣਾ। ਖੁਦਾ ਤੁਹਾਡੀ ਕਿਸ਼ਤੀ ਨੂੰ ਡੁੱਬਣ ਨਹੀਂ ਦੇਗਾ, ਉਹ ਤੁਹਾਡੀ ਕਿਸ਼ਤੀ ਨੂੰ ਡੁੱਬਣ ਨਹੀਂ ਦੇਗਾ। ਤੀਸਰਾ, ਆਪਣੇ ਉੱਤੇ ਵੀ ਜਿੱਤ ਨੂੰ ਹਾਸਲ ਕਰਨਾ। ਜੇ ਤੁਸੀਂ ਬਾਰੰਬਾਰ ਡਿੱਗ ਜਾਂਦੇ ਹੋ, ਬਾਰੰਬਾਰ ਡਿੱਗ ਜਾਂਦੇ ਹੋ, ਉਹਦਾ ਅਰਥ ਇਹ ਹੈ ਕਿ ਤੁਸੀਂ ਪ੍ਰਤਾਵਿਆਂ ਨੂੰ ਚੱਲ ਨਹੀਂ ਪਾਉਂਦੇ। ਉਹਦਾ ਅਰਥ ਇਹ ਹੈ ਕਿ ਤੁਸੀਂ ਪਰੀਖਿਆ ਦੇ ਵਿੱਚ ਸਹੀ ਫੈਸਲਾ ਕਰ ਨਹੀਂ ਪਾਉਂਦੇ। ਅਬਰਾਹਮ ਨੇ ਸਹੀ ਫੈਸਲਾ ਕੀਤਾ। ਅਬਰਾਹਮ ਨੇ ਸਦੋਮ ਦੇ ਰਾਜੇ ਨੂੰ ਨਾ ਕੀਤੀ, ਲੇਕਿਨ ਸ਼ਾਲੇਮ ਦੇ ਰਾਜੇ ਦੇ ਅੱਗੇ ਆਪਣੇ ਘੁਟਨਿਆਂ ਨੂੰ ਟੇਕ ਦਿੱਤਾ। ਹਾਲੇਲੂਇਆ। ਇੱਕ ਕੋਲੋਂ ਕੁਝ ਵੀ ਨਹੀਂ ਲਿਆ, ਦੂਸਰੇ ਨੂੰ ਆਪਣਾ ਦਸਵੰਧ ਦਿੱਤਾ। ਜਿਸ ਨੂੰ ਦੇਣਾ ਸੀ ਉਸ ਨੂੰ ਦਿੱਤਾ, ਜਿਸ ਕੋਲੋਂ ਕੁਝ ਵੀ ਨਹੀਂ ਸੀ ਲੈਣਾ ਉਸਨੇ ਇੱਕ ਜੁੱਤੇ ਦਾ ਤਸ਼ਮਾ ਵੀ ਨਹੀਂ ਲਿਆ। ਸ਼ੈਤਾਨ ਨੂੰ ਤੁਹਾਡੇ ਉੱਤੇ ਕਾਬੂ ਹੋਣ ਨਾ ਦੇਣਾ। ਸ਼ੈਤਾਨ ਨੂੰ ਤੁਹਾਡੇ ਉੱਤੇ ਕਾਬੂ ਹੋਣ ਨਾ ਦੇਣਾ। ਸਾਰਾ ਆਦਰ ਮਹਿਮਾ ਸਿਰਫ ਔਰ ਸਿਰਫ ਪ੍ਰਭੂ ਨੂੰ ਦੇਣਾ। ਉਹਦਾ ਬਦਨ ਤੁਹਾਡੇ ਲਈ ਤੋੜਿਆ ਗਿਆ, ਉਹਦਾ ਲਹੂ ਤੁਹਾਡੇ ਲਈ ਬਹਾਇਆ ਗਿਆ। All credit be given to God himself.
All credit be given to God himself. शैतान दे अगे मत्था ना टेकना, ओदे चाल दे अगे झुकना नहीं, ओदे चाल दे अगे झुकना नहीं। कहो कि मैं कुछ भी तेरे को नहीं लेना, लेकिन जो है मैं अपना सारा श्रेय सिर्फ और सिर्फ यीशु नूं देवांगा, जेदे वसीले मैं जित नूं हासिल कीता है। सेनाओं का यहोवा हमारे अंग संग है, याकूब का परमेश्वर हमारा ऊंचा गढ़ है। सेनाओं का यहोवा हमारे अंग संग है, याकूब का परमेश्वर हमारा ऊंचा गढ़ है। वो जिसने आकाश बनाया, जिसने पृथ्वी बनाई, ओ जिसने आकाश बनाया, जिसने पृथ्वी बनाई, वो सर्वशक्तिमान प्रभु है, वो यहोवा हमारे अंग संग है, वो सर्वशक्तिमान प्रभु है, वो यहोवा हमारे अंग संग है। सेनाओं का यहोवा हमारे अंग संग है, याकूब का परमेश्वर हमारा ऊंचा गढ़ है। सेनाओं का यहोवा हमारे अंग संग है, याकूब का परमेश्वर हमारा ऊंचा गढ़ है। को जिसने दिलाया, जय को जिसने बचाया, ओ नासर को जिसने जिलाया, जय को जिसने बचाया, जो वायदों को करता है पूरा, वो यहोवा हमारे अंग संग है। जो वायदों को करता है पूरा, वो यहोवा हमारे अंग संग है। सेनाओं का यहोवा हमारे अंग संग है, याकूब का परमेश्वर हमारा ऊंचा गढ़ है। सेनाओं का यहोवा हमारे अंग संग है, याकूब का परमेश्वर हमारा ऊंचा गढ़ है। सेनाओं का यहोवा हमारे अंग संग है, याकूब का परमेश्वर हमारा ऊंचा गढ़ है। सेनाओं का यहोवा हमारे अंग संग है, याकूब का परमेश्वर हमारा ऊंचा गढ़ है। सेनाओं का यहोवा हमारे अंग संग है, याकूब का परमेश्वर हमारा ऊंचा गढ़ है। याकूब का परमेश्वर हमारा Praise the Lord. पिता परमेश्वर, हम आपका शुक्र करते हैं आज के इस मौके वाले सुंदर मौका दिया, तेरा कीमती वचन को सुनने के लिए सानू साहिदा किया। तेरा धन्यवाद। हमको तो भी बख्शो, हम हारने वाला नहीं बल्कि जीतने वाला बनो। लूत ने अपने प्राणों दुश्मन का हाथ से जीत के लेके आया। सन तो भी बख्शो, हमारे अपने लोग हैं, कलसिया के लोग हैं, बर्जन लोग हैं, दुर्दशा में पड़े हुए हैं। ये मेरे खुदा जी, असी उन्होंने तेरे नाम से जीतना है, छुड़ा के लेके आना है, जैसा तूने हम सबको छुड़ा लिया है। ये मेरे खुदा जी तेरा धन्यवाद। अब्राहम ने अपने भाई के ऊपर राजाओं के अपने ऊपर फतह पाया। मेरे खुदा जी वो शैतान का सुदोम राजा का अधीन नहीं हुआ। मेरे खुदा जी सन तभी बख्शो,
शैतान बड़ा कुछ हमारे सामने रखते हैं, लेकिन शैतान का अधीन ना होना, असि तेरी मर्जी पूरी करना। आपके आगे झुक गए, आपकी आराधना करके आपकी मर्जी को पूरी करके बरकत हासिल करना। मेरे खुदा जी इस वचन के द्वारा सबको आशीष देने यीशु के नाम से।